ਸਤਿਕਾਰਯੋਗ ਵੀਰ ਸੁਖਵਿੰਦਰ ਸਿੰਘ ਜੀ ਖਾਲੜਾ, ਤਿੰਨਾਂ ਨੇ ਗੁਰੂ ਜਸ ਕੀਰਤਨ ਬੜੇ ਅਦਬ ਸਹਿਤ ਆਪਾਂ ਸਾਰਿਆਂ ਨੂੰ ਸ਼ਰਵਣ ਕਰਵਾਇਆ। ਬਾਣੀ ਦੇ ਪਾਵਨ ਸ਼ਬਦ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ। ਕੀ ਕਰਮ ਕਰਨ ਲਈ ਇਹ ਸੁੰਦਰ ਸਰੀਰ ਮਿਲਿਆ ਹੈ ਤੇ ਕੀ ਅਸੀਂ ਉਹਨਾਂ ਕਰਮਾਂ ਨੂੰ ਕਰ ਰਹੇ ਹਾਂ, ਜਾਂ ਫਿਰ ਬਾਬਾ ਕਬੀਰ ਜੀ ਦੀ ਮੁਬਾਰਕ ਰਸਨਾ ਦੇ ਪਾਵਨ ਸ਼ਬਦ ਹੁਣੇ ਸ਼ਰਵਣ ਕਰਵਾ ਰਹੇ ਸਨ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਕਿਹੜੇ ਫਲ ਲਈ ਇਹ ਜਨਮ ਮਿਲਿਆ ਤੇ ਜਿਸ ਫਲ ਲਈ ਇਹ ਜਨਮ ਮਿਲਿਆ ਉਹ ਜਿੱਥੇ ਸਮਝਣਾ ਜ਼ਰੂਰੀ ਹੈ ਉੱਥੇ ਉਸ 'ਤੇ ਅਮਲ ਕਰਨਾ ਔਰ ਉਹਨਾਂ ਸਾਰੀਆਂ ਗੱਲਾਂ ਬਾਤਾਂ ਨੂੰ ਸਮਝਣਾ ਵੀ ਅਤੀ ਜ਼ਰੂਰੀ ਹੈ ਕਿ ਅਸੀਂ ਇਹਦੇ 'ਤੇ ਗੌਰ ਕਰ ਸਕੀਏ। ਅਸੀਂ ਵਡਭਾਗੇ ਹਾਂ, ਸਾਡੇ ਕੋਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵਰਗਾ ਕੀਮਤੀ ਖਜ਼ਾਨਾ ਹੈ। ਅਸੀਂ ਪੂਰੀ ਦੁਨੀਆ ਵਿੱਚੋਂ ਮਾਣ ਮੱਤਾ ਵਿਰਸਾ ਰੱਖਦੇ ਹਾਂ। ਮੈਂ ਵੀਰ ਬਲਜੀਤ ਸਿੰਘ ਨਾਲ ਹੁਣੇ ਗੱਲ ਕਰ ਰਿਹਾ ਸੀ ਵੀ ਵੇਖੋ, ਇਹ ਠੀਕ ਹੈ ਆਪਾਂ ਸਾਰੇ ਇੱਦਾਂ ਆਮ ਸ਼ਬਦ ਵਰਤਦੇ ਆ ਕਿ ਰੱਬ ਦੀ ਰਜ਼ਾ ਹੈ, ਰੱਬ ਦਾ ਭਾਣਾ ਹੈ, ਪਰ ਜਦੋਂ ਉਹ ਪਿੰਡੇ ਤੇ ਹੰਡਾਉਣਾ ਪੈਂਦਾ ਹੈ ਤਾਂ ਔਖਾ ਬਹੁਤ ਲੱਗਦਾ। ਸਾਨੂੰ ਸਾਰਿਆਂ ਨੂੰ ਉਹ ਫੀਲ ਬਹੁਤ ਹੁੰਦਾ ਹੈ, ਪਰ ਇਸ ਨੂੰ ਭਾਣਾ ਮੰਨਣ ਤੋਂ ਸਿਵਾਏ ਸਾਡੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਬਚਦਾ ਤੇ ਕਿਸੇ ਕੋਲ ਵੀ ਨਹੀਂ ਬਚਦਾ। ਪਰ ਇਹ ਸ਼ੁਕਰ ਹੈ ਕਿ ਸਾਡੇ ਸਾਹਮਣੇ ਜਿਹੜੇ ਆਈਡੀਅਲ ਨੇ, ਸਾਡੇ ਸਾਹਮਣੇ ਜਿਹੜੇ ਸਾਹਿਤ ਵਿੱਚ ਸਿਰਜੇ ਗਏ ਅੰਕ ਨੇ ਇਤਿਹਾਸ ਦੇ, ਉਹ ਬਾਕਮਾਲ ਨੇ। ਭਾਵੇਂ ਕਿ ਜੀਵ ਦਾ ਜਾਣਾ ਘਰ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਹੋਵੇ, ਸਾਡੇ ਵਾਸਤੇ ਸੌਖਾ ਨਹੀਂ ਹੈ। ਜਿਵੇਂ ਆਮ ਇੱਕ ਗੱਲ ਆਪਾਂ ਕਰਦੇ ਹੁੰਦੇ ਹਾਂ ਵੀ ਬਜ਼ੁਰਗਾਂ ਦੀ ਹੋਰ ਗੱਲ ਹੈ, ਬੱਚਿਆਂ ਦੀ ਹੋਰ ਗੱਲ ਹੈ। ਭਾਵੇਂ ਬਜ਼ੁਰਗ ਹੋਵੇ, ਬੱਚਾ ਹੋਵੇ, ਬਿਮਾਰ ਹੋਵੇ, ਤੰਦਰੁਸਤ ਹੋਵੇ, ਜੀਅ ਦਾ ਜਾਣਾ ਆਪਣੇ ਆਪ ਵਿੱਚ ਸਾਡੇ ਪਰਿਵਾਰ ਵਾਸਤੇ ਇੱਕ ਘਾਟਾ ਹੁੰਦਾ ਹੈ। ਪਰ ਮਾਣ ਇਸ ਗੱਲ ਦਾ ਹੈ ਕਿ ਸਾਨੂੰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਔਰ ਇਤਿਹਾਸ ਦੇ ਰਾਹੀਂ ਇੰਨੇ ਕੁ ਤਾਕਤਵਰ ਬਣਾ ਦਿੱਤਾ, ਇੰਨੀ ਕੁ ਸਾਡੇ ਅੰਦਰ ਹਿੰਮਤ ਭਰ ਦਿੱਤੀ। ਜਦੋਂ ਅਸੀਂ ਆਪਣੇ ਘਰ ਦਾ ਦੁੱਖ ਵੇਖਦੇ ਹਾਂ, ਫਿਰ ਅਸੀਂ ਚਮਕੌਰ ਦੀ ਗੜੀ 'ਚ ਜਾਂਦੇ ਹਾਂ ਤੇ ਸਾਨੂੰ ਐਂ ਲੱਗਦਾ ਵੀ ਨਹੀਂ, ਕੋਈ ਗੱਲ ਨਹੀਂ, ਚਮਕੌਰ ਦੀ ਗੜੀ ਨਾਲੋਂ ਤੇ ਨਿੱਕਾ ਹੀ ਹੈ ਦੁੱਖ। ਜਦੋਂ ਅਸੀਂ ਆਪਣੇ ਘਰ ਦਾ ਦੁੱਖ ਵੇਖਦੇ ਹਾਂ, ਫਿਰ ਅਸੀਂ ਸਰਹੱਦ ਦੀਆਂ ਨੀਹਾਂ 'ਚ ਜਾਂਦੇ ਹਾਂ, ਫਿਰ ਸਾਨੂੰ ਐਂ ਲੱਗਦਾ ਵੀ ਨਹੀਂ, ਉਹਦੇ ਨਾਲੋਂ ਤੇ ਨਿੱਕਾ ਹੀ ਹੈ। ਦੁੱਖ ਦੁੱਖ ਹੀ ਹੈ ਪਰ ਨਿੱਕਾ ਆ ਨਾ। ਫਿਰ ਕੰਪੈਰੀਜ਼ਨ ਜਦੋਂ ਕਰਦੇ ਹਾਂ ਤੇ ਐਂ ਲੱਗਦਾ ਵੀ ਸਾਡਾ ਜਿਹੜਾ ਦੁੱਖ ਹੈ ਨਾ, ਛੋਟਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜ਼ਿੰਦਗੀ ਦੇ ਅੰਦਰ ਦੁੱਖ ਨਾਂ ਦੀ ਕੋਈ ਚੀਜ਼ ਨਹੀਂ ਹੈ। ਬਾਣੀ ਨੇ ਫੈਸਲਾ ਦਿੱਤਾ ਹੈ ਵੀ ਜਿਹੜਾ ਸਿੱਖ ਹੈ, ਜਿਹੜਾ ਅਸਲ ਗੁਰੂ ਨਾਨਕ ਦਾ ਪਿਆਰਾ ਹੈ, ਜਿਹੜਾ ਇਸ ਧਰਤੀ ਤੇ ਨਿਰੰਕਾਰ ਨਾਲ ਜੁੜਿਆ, ਉਹ ਦੁਖੀ ਨਹੀਂ ਹੁੰਦਾ ਕਦੇ ਵੀ। ਬਾਣੀ ਹੈ ਨਾ ਸਾਡੇ ਕੋਲ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਿਆ ਦੁਖੀ ਨਹੀਂ ਹੁੰਦਾ। ਔਰ ਪਰ ਉਹ ਤਾਂ ਨਹੀਂ ਹੁੰਦਾ ਕਿਉਂਕਿ ਫਿਜ਼ੀਕਲੀ ਸਰੀਰਕ ਦੁੱਖ ਸਾਡੇ ਗੁਰੂ ਸਾਹਿਬਾਨਾਂ ਨੇ ਪਤਾ ਨਹੀਂ ਕਿੱਡੇ ਵੱਡੇ ਵੱਡੇ ਝੱਲੇ ਨੇ। ਹੁਣ ਛੋਟਾ ਦੁੱਖ ਥੋੜ੍ਹੀ ਹੈ ਵੀ ਅੱਖਾਂ ਦੇ ਸਾਹਮਣੇ ਦਾਦੀ ਦੇ ਪੋਤਰੇ ਸ਼ਹੀਦ ਹੋ ਜਾਣੇ, ਸੁਪਨਾ ਵੀ ਨਹੀਂ ਲੈ ਸਕਦੇ ਆਪਾਂ। ਇਸ ਲਈ ਜਦੋਂ ਤੁਸੀਂ ਸਾਹਿਤ ਨਾਲ ਜੁੜ ਜਾਂਦੇ ਆ, ਜਦੋਂ ਤੁਸੀਂ ਆਪਣੇ ਵਿਰਸੇ ਤੇ ਵਿਰਾਸਤ ਨਾਲ ਜੁੜ ਜਾਂਦੇ ਆ, ਜਦੋਂ ਤੁਸੀਂ ਆਪਣੇ ਕਲਚਰ ਨਾਲ ਜੁੜ ਜਾਂਦੇ ਆ, ਜਦੋਂ ਤੁਸੀਂ ਆਪਣੀ ਸੱਭਿਅਤਾ ਨਾਲ ਜੁੜ ਜਾਂਦੇ ਆ, ਜਦੋਂ ਤੁਸੀਂ ਆਪਣੇ ਬਾਬੇ ਦੀ ਬਾਣੀ ਨਾਲ ਜੁੜ ਜਾਂਦੇ ਆ, ਫਿਰ ਸਾਨੂੰ ਬੈਲੈਂਸ ਜਿਹਾ ਰੱਖਣਾ ਆ ਜਾਂਦਾ ਹੈ। ਅਸੀਂ ਸਮਝੇ ਹੋ ਜਾਂਦੇ ਹਾਂ, ਅਸੀਂ ਬਰਾਬਰ ਜਿਹੇ ਰਹਿਣ ਲੱਗ ਜਾਂਦੇ ਹਾਂ। ਸੋ ਆਓ ਗੁਰੂ ਦੀ ਗੋਦ ਵਿੱਚ ਸਜੀਏ। ਬਾਹਰ ਬੈਠੀਆਂ ਸੰਗਤਾਂ ਦੇ ਚਰਨਾਂ 'ਚ ਫਿਰ ਮੈਂ ਬੇਨਤੀ ਕਰੂੰਗਾ ਵੀ ਗੁਰੂ ਦਰਬਾਰ ਵਿੱਚ ਅਜੇ ਬਹੁਤ ਜਗ੍ਹਾ ਹੈ।
ਜਿਹੜੀਆਂ ਸੰਗਤਾਂ ਬਾਅਦ ਵਿੱਚ ਆਉਣਗੀਆਂ ਉਹ ਨਮਸਕਾਰ ਕਰਕੇ ਬਾਹਰ ਬੈਠ ਜਾਣਗੀਆਂ ਜੇ ਜਗ੍ਹਾ ਨਾ ਹੋਈ ਤਾਂ। ਜੇ ਕਿਸੇ ਭੈਣ ਦੇ ਨਾਲ ਛੋਟਾ ਬੱਚਾ ਹੈ ਤੇ ਕਈ ਵਾਰ ਲੱਗਦਾ ਹੈ ਵੀ ਬੱਚਾ ਅੰਦਰ ਰੋਏਗਾ ਤੇ ਡਿਸਟਰਬੈਂਸ ਹੋਏਗੀ, ਉਹ ਬਾਹਰ ਬੈਠ ਜਾਓ। ਪਰ ਜਿਹੜੇ ਆਮ ਭੈਣਾਂ ਜਾਂ ਆਮ ਵੀਰ ਬਾਹਰ ਬੈਠੇ ਹਨ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਆਓ ਗੁਰੂ ਦਰਬਾਰ ਵਿੱਚ ਸਜੀਏ। ਕੁਝ ਸਮਾਂ ਆਪਾਂ ਸਾਹਿਬਾਂ ਦੀ ਵਿਚਾਰ ਨਾਲ ਜੁੜਨਾ ਹੈ। ਅਦਬ ਨਾਲ ਬਾਣੀ ਦਾ ਇੱਕ ਇੱਕ ਬੋਲ ਧਿਆਨ ਨਾਲ ਸੁਣੀਏ, ਸਮਝੀਏ ਔਰ ਉਹਨੂੰ ਅਮਲ ਵਿੱਚ ਕਿਵੇਂ ਲਿਆਉਣਾ ਇਹਦੇ ਲਈ ਚਿੰਤਾ ਕਰੀਏ, ਇਹਦੇ ਲਈ ਫਿਕਰ ਕਰੀਏ, ਇਹਦੇ ਲਈ ਚਿੰਤਾ ਧੁਰ ਹੋਈਏ। ਧੰਨ ਵਾਹਿਗੁਰੂ ਸਾਹਿਬ ਜੀ। ਸੁਭਾਅ ਬਣਾਓ ਬਾਣੀ ਨੂੰ ਸੁਣਨ ਦਾ। ਸਾਡਾ ਬਾਣੀ ਸੁਣਨ ਦਾ ਸੁਭਾਅ ਨਹੀਂ ਬਣਿਆ। ਅਸੀਂ ਸਾਰੇ ਕਿਸੇ ਟ੍ਰੈਡੀਸ਼ਨਲ ਹਿੱਸੇ ਦਾ ਪਾਠ ਬਣ ਗਏ ਆ। ਪਾਠ ਪੜ੍ਹਨ ਵਾਲੇ ਹੋਰ ਨੇ ਤੇ ਪਾਠ ਸੁਣਨ ਵਾਲੇ ਹੋਰ ਨੇ। ਦੋ ਕੈਟਾਗਰੀਆਂ ਵੰਡ ਲਈਆਂ ਨੇ ਅਸੀਂ। ਪਾਠ ਪੜ੍ਹਨ ਵਾਲਿਆਂ ਨੂੰ ਅਸੀਂ ਪਾਠੀ ਸਿੰਘ ਕਹਿਣ ਲੱਗ ਪਏ। ਹਾਲਾਂਕਿ ਇਹ ਪਰਿਵਾਰ ਬੜੀ ਚੜ੍ਹਦੀ ਕਲਾ ਵਾਲਾ ਹੈ। ਵੀਰ ਬਲਜੀਤ ਸਿੰਘ ਜੀ ਖੁਦ ਪ੍ਰਚਾਰਕ ਨੇ। ਸਾਡੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੋਂ ਇਹਨਾਂ ਨੇ ਵਿਦਿਆ ਹਾਸਲ ਕੀਤੀ ਹੈ ਔਰ ਖੂਬਸੂਰਤ ਵਿਚਾਰ ਸੰਗਤ ਦੇ ਸਨਮੁਖ ਕਰਦੇ ਰਹਿੰਦੇ ਨੇ। ਬਾਣੀ ਦੇ ਹਰ ਇੱਕ ਪੱਖ ਤੋਂ ਇਹ ਜਾਣੂ ਨੇ ਔਰ ਬਾਣੀ ਦੇ ਪੱਖ ਤੋਂ ਜਾਣਨ ਕਰਕੇ ਇਸ ਪਰਿਵਾਰ ਨੇ ਕੋਸ਼ਿਸ਼ ਇਹ ਕੀਤੀ ਹੈ ਵੀ ਅਸੀਂ ਰਲ ਕੇ ਸਹਿਜ ਪਾਠ ਆਪ ਕਰੀਏ। ਸਹਿਜ ਸਹਿਜ ਹੌਲੀ ਹੌਲੀ ਆਰਾਮ ਨਾਲ ਪਰਿਵਾਰ ਨੇ ਰਲ ਮਿਲ ਕੇ ਪਾਠ ਕੀਤਾ ਔਰ ਆਮ ਕਰਕੇ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚੋਂ ਸੁਣਨ ਵਾਲਾ ਸੁਭਾਅ ਮਨਫੀ ਹੋ ਗਿਆ। ਅਸੀਂ ਸੁਣਨ ਦੇ ਆਦੀ ਨਹੀਂ ਆ ਤੇ ਇਕੱਲਾ ਪਾਠ ਨਹੀਂ, ਅਸੀਂ ਕੁਝ ਵੀ ਸੁਣਨ ਦੇ ਆਦੀ ਨਹੀਂ ਆ, ਅਸੀਂ ਸੁਣਾਉਣ ਦੇ ਆਦੀ ਆ। ਅੱਜ ਨਿੱਕੇ ਜਿਹੇ ਬੱਚੇ ਤੋਂ ਲੈ ਕੇ ਘਰ ਵਿੱਚ 80 ਸਾਲ ਦੇ ਬਜ਼ੁਰਗ ਬਾਪੂ ਸੁਣਾ ਰਹੇ ਨੇ, ਸੁਣ ਨਹੀਂ ਰਹੇ। ਸੁਣਨ ਵਾਲਾ ਸਾਡਾ ਸੁਭਾਅ ਹੀ ਨਹੀਂ ਰਹਿ ਗਿਆ। ਇਹੀ ਫਰਕ ਹੈ ਵੀ ਜਦੋਂ ਅਸੀਂ ਸੁਣਦੇ ਸਾਂ ਨਾ ਧਿਆਨ ਨਾਲ, ਫਿਰ ਵੱਡੀਆਂ ਵੱਡੀਆਂ ਗੱਲਾਂ ਸੁਣ ਲੈਂਦੇ ਸਾਂ। ਬਾਪ ਬੱਚਿਆਂ ਨੂੰ ਕਿੰਨਾ ਕੁਝ ਕਹਿ ਲੈਂਦੇ ਸੀ, ਉਹ ਸੁਣ ਲੈਂਦੇ ਸੀ। ਕਿੰਨਾ ਕੁਝ ਕਹਿ ਲੈਂਦੇ ਸੀ। ਪਤੀ ਪਤਨੀ ਨੂੰ ਕਿੰਨਾ ਕੁਝ ਕਹਿ ਲੈਂਦਾ ਸੀ, ਉਹ ਸੁਣ ਲੈਂਦੀ ਸੀ ਵਿਚਾਰੀ। ਇਹ ਨਹੀਂ ਉਹ ਅਨਪੜ੍ਹ ਸੀ। ਅੱਜ ਤੇ ਜਿਵੇਂ ਇਦਾਂ ਵੀ ਅਸੀਂ ਇੱਕ ਕ੍ਰਾਈਟੇਰੀਆ ਬਣਾ ਲਿਆ ਨਾ ਵੀ ਅੱਜ ਪੜ੍ਹਿਆ ਲਿਖਿਆ ਸਮਾਜ ਹੈ, ਅਨਪੜ੍ਹ ਇਦਾਂ ਨਹੀਂ ਹੁੰਦਾ। ਪੜ੍ਹੇ ਤੇ ਅਨਪੜ੍ਹ ਦਾ ਫੈਸਲਾ ਇਦਾਂ ਨਾ ਕਰੋ ਵੀ ਕਿਸੇ ਦੀ ਸੁਣਦੀ ਨਹੀਂ ਹੈ, ਪੜ੍ਹਿਆ ਲਿਖਿਆਂ ਦੀ ਨਿਸ਼ਾਨੀ ਹੈ। ਨਹੀਂ ਤੇ ਲੋਕਾਂ ਦਾ ਪੜ੍ਹਾਈ ਤੋਂ ਭਰੋਸਾ ਉੱਠ ਜਾਣਾ। ਤੁਸੀਂ ਵੇਖਿਓ ਆਉਣ ਵਾਲੇ 20 ਸਾਲਾਂ ਬਾਅਦ ਲੋਕਾਂ ਨੇ ਕਹਿਣਾ ਵੀ ਪੜ੍ਹਾਈ ਨਹੀਂ ਚਾਹੀਦੀ ਜਦੋਂ ਸੁਣਨੀ ਨਹੀਂ ਕਿਸੇ ਦੀ। ਪੜ੍ਹਾਈ ਦੇ ਮਤਲਬ ਨਹੀਂ ਹਨ, ਪੜ੍ਹਾਈ ਇਹਨੂੰ ਨਹੀਂ ਕਹਿੰਦੇ। ਸੁਭਾਅ ਨਹੀਂ ਹੈ ਸਾਡਾ ਸੁਣਨ ਦਾ। ਅਸੀਂ ਸੁਣਨ ਦੇ ਆਦੀ ਨਹੀਂ ਆ ਤੇ ਕਿਤੇ ਵੀ ਨਹੀਂ ਸੁਣਦੇ, ਕਿਸੇ ਦੀ ਵੀ ਨਹੀਂ ਸੁਣਦੇ। ਤੇ ਮਾਫ ਕਰਿਓ, ਫਿਰ ਗੁਰੂ ਦੀ ਕਿਹਨੇ ਸੁਣਨੀ ਹੈ? ਅਸੀਂ ਗੁਰੂ ਦੀ ਵੀ ਨਹੀਂ ਸੁਣਦੇ। ਤੇ ਸੁਣਨ ਦਾ ਸੁਭਾਅ ਆਪਾਂ ਸਾਰੇ ਬਣਾਈਏ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਕਿਹੜੇ ਫਲ ਵਾਸਤੇ ਜਨਮ ਮਿਲਿਆ ਤੈਨੂੰ ਸਵਾਲ ਕਰਦੀ ਹੈ ਬਾਬੇ ਦੀ ਬਾਣੀ। ਭਵਨਿਦ ਤਰਨ ਤਾਰਨ ਚਿੰਤਾ ਮਨ, ਇਕ ਨਿਮਖ ਨ ਇਹ ਮਨ ਲਾਇਆ। ਇਹ ਸਰੀਰਾ ਮੇਰਿਆ। ਹੁਣ ਵੇਖੋ ਕਿੱਡੀ ਗਜ਼ਬ ਗੱਲ ਹੈ। ਗੁਰੂ ਸਾਹਿਬ ਜੀ ਦੀ ਬਾਣੀ ਦਾ ਨਿਆਰਾਪਨ ਵੇਖੋ ਕਿੱਡਾ ਹੈ। ਮਹਾਰਾਜ ਨਾ ਆਪਣੇ ਆਪ ਨਾਲ ਹੀ ਗੱਲ ਕਰਦੇ ਨੇ। ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂ ਜਗ ਮੈਂ ਆਇਆ।
ਇਦਾਂ ਸੁਣਨ ਦਾ ਸੁਭਾਅ ਬਣਾਈਏ ਆਪਾਂ। ਫਿਰ ਜਦੋਂ ਪਾਠੀ ਸਿੰਘ ਪਾਠ ਕਰਦੇ ਹੋਣਗੇ ਨਾ, ਤੇ ਉਹ ਕਿਤੇ ਵੀ ਚੱਲਦੀ ਹੋਵੇ ਬਾਣੀ, ਜਦੋਂ ਸਾਡੇ ਕੰਨਾਂ 'ਚ ਪੈ ਗਈ ਨਾ, ਇਹ ਖਿੱਚ ਪੈ ਗਈ ਵੀ ਅੱਛਾ ਆਹ ਕਹਿ ਰਹੀ ਹੈ ਬਾਬੇ ਦੀ ਬਾਣੀ। ਹੁਣ ਸਾਨੂੰ ਨਹੀਂ ਫਰਕ ਪੈਂਦਾ ਕੋਈ ਵੀ ਇਹਦੇ ਨਾਲ, ਕਿਉਂਕਿ ਅਸੀਂ ਆਦੀ ਨਹੀਂ ਹੈ ਇਸ ਗੱਲ ਦੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੇ ਆਪ ਨਾਲ ਗੱਲ ਕਰਨੀ ਸਿੱਖੋ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਸੁਣ ਗੱਲ ਧਿਆਨ ਨਾਲ, ਮਹਾਰਾਜ ਕਹਿੰਦੇ ਜੋ ਪੈਦਾ ਹੋਇਆ ਉਪਜਿਆ ਇਹਨੇ ਬਿਨਸਣਾ ਹੈ। ਨੋਟ ਕਰ ਲਾ, ਪੱਕਾ ਜ਼ਿੰਦਗੀ 'ਚ ਲਿਖ ਲਾ ਇਹ ਗੱਲ। ਜੋ ਉਪਜੇ ਉਹ ਬਿਨਸੇਗਾ। ਤੇ ਮਹਾਰਾਜ ਕਿੱਡੀ ਗਜ਼ਬ ਗੱਲ ਫਿਰ ਕਰਦੇ, ਕਹਿੰਦੇ ਫਰਕ ਇੰਨਾ ਪੈਣਾ ਆਜ ਕੇ ਕਾਲ, ਜਾਂ ਅੱਜ ਜਾਂ ਕੱਲ। ਅੱਜ ਬਿਨਸ ਜਾਏ, ਕੱਲ ਬਿਨਸ ਜਾਏ, ਬਿਨਸਣਾ ਹੈ ਇਹਨੇ, ਪੱਕੀ ਗੱਲ ਹੈ। ਆਪਾਂ ਸਾਰੇ ਇਹ ਵੀ ਕਹਿੰਦੇ ਆ ਵੀ ਇਹ ਧੁਰ ਕੀ ਬਾਣੀ ਹੈ ਤੇ ਸੱਚੀ ਬਾਣੀ ਹੈ, ਅੰਮ੍ਰਿਤ ਬਾਣੀ ਹੈ, ਇਹਦੇ 'ਚ ਸੱਚੋ ਸੱਚ ਹੀ ਲਿਖਿਆ। ਪਰ ਸਿੱਖ ਨੇ ਸੁਣਿਆ ਨਹੀਂ ਨਾ ਵੀ ਇਹਦੇ 'ਚ ਸੱਚ ਹੀ ਲਿਖਿਆ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਮਹਾਰਾਜ ਫਿਰ ਕੀ ਕਰਾਂ ਮੈਂ? ਲੱਗ ਗਈ ਗੱਲ ਸਮਝ ਵੀ ਅੱਜ ਤੇ ਕੱਲ ਬਿਨਸਣੀ ਹੈ। ਤੇ ਮਹਾਰਾਜ ਕਹਿੰਦੇ ਫਿਰ ਇੱਕ ਗੱਲ ਸੁਣ ਧਿਆਨ ਨਾਲ। ਉਹ ਕੀ ਹੈ? ਉਹ ਹੈ ਹਰੀ ਦੇ ਗੁਣ ਗਾਉਣ ਦੀ ਜਾਚ ਸਿੱਖ ਲਾ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਨਾਨਕ ਹਰ ਗੁਣ ਗਾਏ ਲੈ। ਸਾਰੇ ਕਰਿਓ ਕਿਰਪਾ, ਇੱਕ ਵਾਰ ਨਾਲ ਨਾਲ ਪੜਿਓ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ। ਗੱਜ ਕੇ ਬੋਲੋ ਸਾਰੇ, ਬਾਹਰ ਤੱਕ ਆਵਾਜ਼, ਸਾਰੇ ਇੱਕ ਵਾਰ। ਨਾਨਕ ਹਰ ਗੁਣ ਗਾਏ, ਛਾੜ ਸਗਲ। ਨਾਨਕ ਹਰ ਗੁਣ ਗਾਏ ਲੈ, ਛਾੜ। ਦੀਨ ਦੁਨੀ ਦੇ ਮਾਲਕ, ਹਲਤ ਪਲਤ ਸਵਾਰ ਦੇਣਹਾਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕੱਦਸ ਚਰਨਾਂ ਅੰਦਰ ਸੁਭਾਇਮਾਨ ਗੁਰੂ ਪਿਆਰ ਵਾਲਿਓ, ਆਓ ਸਾਹਿਬਾਂ ਦੀ ਪਾਵਨ ਪਵਿੱਤਰ ਵਿਚਾਰ ਨਾਲ ਜੁੜੀਏ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ਿਸ਼ ਦੁਹਰਾਓ, ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਬਾਣੀ ਨਾਲ ਜੁੜਨ ਵਾਲੇ ਗੁਰੂ ਪਿਆਰ ਵਾਲਿਓ, ਇੱਕ ਬੇਨਤੀ ਧਿਆਨ ਨਾਲ ਜਿਹੜੀ ਮੈਂ ਕਰਨੀ ਹੈ ਸਮਝ ਲਿਓ। ਗੁਰੂ ਦਾ ਸਿੱਖ ਕਦੀ ਦੁਖੀ ਨਹੀਂ ਹੁੰਦਾ, ਇਹ ਪੱਕੀ ਹੈ। ਫਾਈਨਲ ਕਰ ਲਓ ਆਪਣੀ ਜ਼ਿੰਦਗੀ 'ਚ। ਗੁਰੂ ਦਾ ਸਿੱਖ ਜੋ ਦੁਖੀ ਹੁੰਦਾ ਹੈ ਉਹ ਸਿੱਖ ਨਹੀਂ ਹੁੰਦਾ। ਜਿਹੜਾ ਦੁਖੀ ਹੁੰਦਾ ਹੈ ਨਾ ਉਹ ਸਿੱਖ ਨਹੀਂ ਹੁੰਦਾ, ਜਿਹੜਾ ਸਿੱਖ ਹੁੰਦਾ ਹੈ ਉਹ ਦੁਖੀ ਨਹੀਂ ਹੁੰਦਾ। ਇਸੇ ਕਰਕੇ ਇਹ ਨਿਆਰੀ ਸਿੱਖੀ ਹੈ। ਇਹਦਾ ਨਿਆਰਾਪਨ ਕੀ ਹੈ? ਕੱਪੜੇ ਥੋੜੀ ਨਿਆਰੇ ਨੇ, ਪੱਗ ਥੋੜੀ ਨਿਆਰੀ ਹੈ ਇਦਾਂ ਦੀ। ਕੋਈ ਬੰਦਾ ਕਵੇ ਮੈਂ ਕੱਪੜੇ ਨਿਆਰੇ ਪਾਉਣਾ, ਮੈਂ ਪੱਗ ਨਿਆਰੀ ਬੰਨਦਾ, ਇਹ ਥੋੜੀ ਨਿਆਰਾਪਨ ਹੈ। ਨਿਆਰਾਪਨ ਕੀ ਹੈ? ਕਿਉਂ ਕਿਹਾ ਭਲਾ ਏਦਾਂ? ਇਤਿਹਾਸ ਵਿੱਚ ਕਿਉਂ ਲਿਖਿਆ ਹੈ? ਕਿਉਂ ਇਹ ਸ਼ਬਦ ਇਤਿਹਾਸ ਵਿੱਚ ਦੁਹਰਾਏ ਗਏ ਨੇ? ਖਾਲਸਾ ਨਿਆਰਾ ਹੈ ਪੂਰੀ ਦੁਨੀਆ ਨਾਲੋਂ। ਨਿਆਰਾ ਕਿਉਂ ਹੈ? ਜਦੋਂ ਬਾਹਰੋਂ ਹਮਲਾਵਰ ਆਉਂਦੇ ਸੀ ਨਾ ਚੜ ਕੇ, ਤੇ ਉਹ ਜਦੋਂ ਉੱਥੋਂ ਚੱਲਦੇ ਸੀ ਹਮਲਾ ਕਰਨ, ਤੇ ਉਦੋਂ ਕਹਿੰਦੇ ਸੀ ਕਿੰਨੇ ਕੁ ਹੋਣਗੇ ਸਿੱਖ। ਕਿਉਂਕਿ ਹਮੇਸ਼ਾ ਜਦੋਂ ਬੰਦਾ ਤੁਹਾਨੂੰ ਖਤਮ ਕਰਨਾ ਚਾਹੁੰਦਾ ਜਾਂ ਜਿਹੜਾ ਤੁਹਾਡਾ ਦੁਸ਼ਮਣ ਹੈ, ਤੇ ਉਹ ਖੂਫੀਆ ਰਿਪੋਰਟ ਲੈਂਦਾ ਵੀ ਸਾਹਮਣੇ ਵਾਲੇ ਕਿੰਨੇ ਕੁ ਬੰਦੇ ਨੇ ਜਿਨ੍ਹਾਂ ਨਾਲ ਸਾਡਾ ਮੁਕਾਬਲਾ ਹੈ। ਤੇ ਉਹਨਾਂ ਨੂੰ ਸੂਈਏ ਰਿਪੋਰਟ ਦਿੰਦੇ ਸਨ ਵੀ ਹੋਣਗੇ ਕੋਈ 100 200, ਕੋਈ 20 50, ਕੋਈ 150। ਤੇ ਹੁਣ ਜਦੋਂ 150 ਦੇ ਨਾਲ ਮੁਕਾਬਲਾ ਕਰਨ ਵਾਸਤੇ ਅਗਲੇ ਕਹਿੰਦੇ ਸੀ 500 ਜਾਓ, 150 ਕਿੰਨਾ ਕੁ ਚਿਰ ਅੜੇਗਾ। ਹੁਣ 500 ਦੇ ਨਾਲ 150 ਦਾ 100 ਦਾ ਕੀ ਮੁਕਾਬਲਾ ਹੈ? ਔਰ ਉਹ ਵੀ ਉਦੋਂ ਜਦੋਂ ਲੜਾਈ ਬੰਦਿਆਂ ਦੇ ਸਿਰ ਤੇ ਲੜੀ ਜਾਣੀ। ਇਹ ਗੱਲ ਚੇਤੇ ਰੱਖਿਓ, ਅੱਜ ਬੰਦਿਆਂ ਦੀ ਲੜਾਈ ਨਹੀਂ, ਅੱਜ ਤੇ ਯੋਗੀ ਬਦਲ ਗਏ ਨੇ ਨਾ। ਅੱਜ ਤਾਂ ਹੋ ਸਕਦਾ 500 ਬੰਦੇ ਤੇ ਇੱਕ ਬੰਦਾ ਭਾਰੀ ਪੈ ਜਾਏ।
पर जदों गल सिर्फ बंदियां दे सिर ते, जदों जिस्मां ने लड़ना है, जदों सामने पार्ट ने सच्ची मुच्ची एक्ट करना है, उस वेले जदों सुईया रिपोर्ट लैंदा, वो कहंदा 15 20 50 100 होणगे, ते वो 100 दे नाल लड़न लई 1000 2000 5000 10 हज़ार लैके चढ़दे, ते 100 जित जांदा 1000 हार जांदा। वो कहंदे कमाल है। रिपोर्ट देने वाला कहंदा भी ये गिनती दे ने, पर असी हज़ारां च जाने आ, ये सैकड़ियां च साडे नालों जित किवें जांदे ने। ते उस वेले साडे दुश्मनां ने, मैं शब्द जिहड़ा वरत रहा ध्यान नाल सुणियो, काजी नूर मुहम्मद साडा दुश्मन है। पहली बार हमला करन जदों आया तो सिखां नूं उहने कुत्ते लिखे, वो इतिहास लिखदा है कुत्ते ने। तो दूजी बार जदों ने लिखिया तो कहंदा है तो कुत्ते ने, पर इन्हां वर्गा दुनिया च वफादार कोई नहीं है। सग शब्द वरतदा है, सग, सग कहंदे ने फारसी च कुत्ते नूं। वो कहंदा है वफादार ने। उस काजी नूर मुहम्मद के बोलों नूं इतिहास के पन्नियां च साडे पुरखियां ने अंकित किया। वो कहंदे भी किवें फिर हारदे क्यों नहीं आ, की कला इन्हां दे अंदर। तो वो कहंदा कला इन्हां च पता की है, फिरका इनका अपर अपारा। आ गल ध्यान नाल सुणियो, फिरका इनका अपर अपारा, इन्हां दा फिरका जिहदा उरला ते पारला बन्ना। वेखो गुरु ग्रंथ साहब की बाणी कहती रब दा उरला ते पारला बन्ना कोई नहीं। दुनिया के किसी स्कॉलर नाल गल करोगे, विद्वान नाल गल करोगे, वो कहेगा रब बारे की कहना, रब बहुत वड्डा है। ते एक साडे विरोधी, साडे दुश्मन राइटर नूं पुछया भी ये कौन ने, ते उन्हें लिखिया भी इन्हां दा भी उरला ते पारला बन्ना कोई नहीं है। मतलब रब दा रूप ने, ते रब नूं कौन हरा लू। लिखण वाला साडा दुश्मन है, तरीफ च नहीं लिखिया उन्हें, पर सच ते सच ही हुंदा है ना। भावें दुश्मन लिखे ते भावें कोई अपना लिखे, भावें बेगाना लिखे, सच ने सच 2 दूनी 4 ही रहना है। भावें कोई पंजाब दा लिखे ते भावें कोई पंजाब तो बाहर दा लिखे, सच ने झूठ नहीं होना। वो कहंदा ओहदे शब्द दे बोल ने, ओहदी लिखत दे बोल ने। वो कहंदा फिरका इनका अपर अपारा, इन्हां दे फिरके दा हिसाब लाउणा औखा काम है। फिरका कहंदे ने किसी यूनिटी नूं, किसी इकट्ठ नूं, किसी एक उस दायरे नूं जिहदे नाल असीं किसी चीज़ नूं जोड़ लैने आ भी इन्हां दा फिरका। जिवें पिंडां च आम शब्द है भी फलाने फिरके दे लोग, उस फिरके दे लोग। वो कहंदा अपर अपारा है। तो कहंदे की है अपर अपारा इन्हां दा, ते अगले शब्द वेखियो ओहदे, कहंदा हिंदू तुरकन, हिंदू वीर ते तुरक वीर, मुसलमान नूं तुरक कहंदे ने। कहंदा हिंदू तुरकन ते है न्यारा, इहदा न्यारापन है हिंदू ते तुरकां नाल। इन्हां नूं हराउणा क्यों औखा है। वो कहंदे अच्छा ऐसा की है। कहंदे आ सुनियो ध्यान नाल, की करदे ने भला। कंठी जंजू तिलक न धर है, सिख कंठी जंजू, ये किसी तरह का गल च कोई धार्मिक चिन्ह नहीं पाउंदे। वैसे मैनूं ऐ लगदा भी पंजाब च हुण इह गल कहनी औखी है। बहुत तरह के चिन्ह साडे गलां च गुरु नानक की सिੱਖੀ तो इलावा भी लमकदे वेखे जा सकते। कंठी जंजू तिलक ना धर है, ना ये कोई धार्मिक चिन्ह पाउण ते ना ये मत्थे ते तिलक लाउण ते ना ये जंजू धारण करन। कंठी जंजू तिलक न धर है, ते अगले शब्द वरदा कहंदा बुत परस्ती कदे ना कर है। ये बुत परस्त नहीं हैं। हुण तुसीं सोचो भला भी आपां अज बुत परस्त नहीं, आपां ते बहुत वड्डे बुत परस्त आ। बुत कहंदे ने जिहदे च प्राण ना होण पर आपां उन्हां दे आखे लगीए, साह ना होण पर आपां उन्हां नूं अपनी जिंदगी दे आइडियल मनदे होईए। ते माफ़ करियो मैनूं, पंजाब दे 13,000 पिंड विचों कोई टावां पिंड होना जिथे बुत परस्त नहीं होने। असीं अमृतसर नूं पवित्र नगरी कहने आ। तुसीं अमृतसर गेड़ा मार के वेख लो, 99% लोग बुत परस्त मिलणगे तुहानूं उत्थे। कित्थे अमृतसर गुरु दा फिर। असीं तरन ताਰਨ गुरु ने वसाया, रहण कित्थे दिता है गुरु दा तरन ताਰਨ।
ਗੁਰੂ ਨੇ ਵਸਾਇਆ ਜਿੱਦਾਂ ਦਾ ਤਰਨ ਤਾਰਨ ਅੱਜ ਹੈਗਾ ਉਦਾਂ ਦਾ ਤਰਨ ਤਾਰਨ ਉਹ ਨਹੀਂ ਹੈ। ਉਹ ਤਰਨ ਤਾਰਨ ਅੱਜ, ਜੇ ਅੱਜ ਉਹ ਤਰਨ ਤਾਰਨ ਹੁੰਦਾ, ਅੱਜ ਉਹ ਅੰਮ੍ਰਿਤਸਰ ਹੁੰਦਾ, ਅੱਜ ਉਹ ਖਡੂਰ ਹੁੰਦਾ, ਉਹ ਗੋਇੰਦਵਾਲ ਹੁੰਦਾ, ਤੇ ਅੱਜ ਪੰਜਾਬ ਇਦਾਂ ਦਾ ਨਾ ਹੁੰਦਾ ਜਿੱਦਾਂ ਦਾ ਅਸੀਂ ਵੇਖ ਰਹੇ ਆ, ਕਿਉਂਕਿ ਅਸੀਂ ਬਦਲਤਾ ਸਾਰਾ ਕੁਝ। ਮੈਨੂੰ ਦੱਸਿਓ, ਜਿੱਦਣ ਤਰਨ ਤਾਰਨ ਗੁਰੂ ਸਾਹਿਬ ਨੇ ਵਛਾਇਆ ਹੋਣਾ ਉਦਣ ਤਰਨ ਤਾਰਨ ਸੱਚੀ ਇਦਾਂ ਦਾ ਨਹੀਂ ਹੋਣਾ ਵੀ ਜਿਵੇਂ ਲੋਕ ਤਰਨ ਤਾਰਨ ਆਣ ਕੇ ਐ ਫੀਲ ਕਰਦੇ ਹੋਣਗੇ ਵੀ ਰੱਬ ਦੇ ਘਰ ਆ ਗਏ। ਪਰ ਅੱਜ ਨਹੀਂ ਨਾ ਫੀਲ ਹੁੰਦਾ ਹੈ। ਖੈਰ, ਇਹ ਸੋਚਣ ਦੀਆਂ ਗੱਲਾਂ ਨੇ, ਸਮਝਣ ਦੀਆਂ ਗੱਲਾਂ ਆ। ਇਹ ਵੱਡੇ ਵੱਡੇ ਗੁਰਦੁਆਰੇ, ਵੱਡੇ ਵੱਡੇ ਅਸੀਂ ਅੱਜ ਦੇ ਜਿਹੜੇ ਸਾਧਨ ਇਕੱਠੇ ਕੀਤੇ ਨੇ ਨਾ, ਦੱਸਣਾ ਕਿੱਦਣ ਹੈ ਵੀ ਗੁਰੂ ਸਿੱਖੀ ਕੀ ਹੈ, ਸਮਝਾਉਣਾ ਕਿੱਦਣ ਹੈ, ਫਿਰ ਸਾਡੇ ਘਰਾਂ ਦਾ ਨਿਆਰਾਪਨ ਜਗ ਜ਼ਾਹਰ ਹੋਏਗਾ। ਮੈਂ ਬੜੀ ਵਾਰ ਹੱਸਦਾ ਹੁੰਦਾ, ਜੇ ਅੱਜ ਗੁਰੂ ਨਾਨਕ ਨੇ ਸਿੱਖੀ ਵੇਖਣੀ ਹੋਏ ਸਾਡੇ ਪਿੰਡਾਂ 'ਚ, ਤੇ ਕੀ ਵਿਖਾਓਗੇ ਵੀ ਸਾਡਾ ਨਿਸ਼ਾਨ ਸਾਹਿਬ ਦੂਜੇ ਪਿੰਡ 'ਚੋਂ ਦਿਸ ਜਾਂਦਾ ਆ। ਗੁਰੂ ਸਾਹਿਬ ਨੇ ਕਹਿਣਾ ਨਹੀਂ ਸਿੱਖਾ, ਨਿਸ਼ਾਨ ਸਾਹਿਬ ਤੇ ਤੇਰੇ ਪਿੰਡ ਆਣ ਕੇ ਦਿਸ ਜਾਏ, ਤੇਰੇ ਪਿੰਡ ਦੀ ਸੋਭਾ ਆਲੇ ਦੁਆਲੇ 50 ਪਿੰਡਾਂ 'ਚ ਹੋਣੀ ਚਾਹੀਦੀ ਹੈ, ਨਿਸ਼ਾਨ ਦੀ ਨਹੀਂ, ਤੇਰੀ ਸੋਭਾ ਹੋਣੀ ਚਾਹੀਦੀ ਹੈ। ਅਗਲੇ ਗੱਲਾਂ ਕਰਨ ਫਲਾਨਾ ਪਿੰਡ, ਫਲਾਨਾ ਨਗਰ, ਸੱਚੀ ਮੁੱਚੀ ਹਰ ਜੀਵ ਵਿੱਚ ਗੁਰੂ ਨਾਨਕ ਵੱਸਦਾ ਹੈ, ਹਰ ਵੀਰ ਭੈਣ 'ਚ ਗੁਰੂ ਨਾਨਕ ਵੱਸਦਾ ਹੈ, ਹਰ ਬੱਚੇ ਬਜ਼ੁਰਗ 'ਚ ਬਾਬਾ ਨਾਨਕ ਵੱਸਦਾ ਹੈ। ਤੁਸੀਂ ਜਾ ਕੇ ਵੇਖਿਓ ਉਸ ਪਿੰਡ ਕਿਤੇ, ਤੇ ਮੈਨੂੰ ਨਹੀਂ ਲੱਗਦਾ ਅੱਜ ਪੰਜਾਬ 'ਚ ਕਿਸੇ ਪਿੰਡ ਬਾਰੇ ਅਸੀਂ ਇਹ ਦਾਅਵਾ ਕਰ ਸਕਦੇ ਹਾਂ। ਕੰਠੀ ਜੰਜੂ ਤਿਲਕ ਨਾ ਧਰ ਹੈ, ਬੁੱਤ ਪ੍ਰਸਤੀ ਕਦੇ ਨਾ ਕਰ ਹੈ। ਫਿਰ ਉਹ ਅੱਗੇ ਸ਼ਬਦ ਵਰਦਾ, ਉਹ ਕਹਿੰਦਾ ਕਿਰਿਆ ਕਰਮ ਕਰਾਵਤ ਨਾ ਹੈ, ਗੰਗਾ ਹੱਡੀਆਂ ਪਾਵਤ ਨਾ ਹੈ। ਇਹ ਕੋਈ ਕਿਰਿਆ ਕਰਮ ਨਹੀਂ ਕਰਦੇ, ਇਹ ਕਿਸੇ ਖਾਸ ਥਾਂ ਤੇ ਮਰ ਚੁੱਕੇ ਪ੍ਰਾਣੀ ਦੀਆਂ ਅਸਥੀਆਂ ਕਿਸੇ ਖਾਸ ਥਾਂ ਤੇ ਨਹੀਂ ਪਾਉਂਦੇ। ਸਿੱਖ ਨਾਲ ਅੱਜ ਜੋੜ ਸਕਦੇ ਆ ਇਹ ਗੱਲਾਂ ਆਪਾਂ, ਸਿੱਖ ਵੀ ਤੇ ਉਹਨਾਂ ਦਾ ਹੀ ਮੁਤਾਜ ਹੋਇਆ ਸਾਰਾ ਕੁਝ। ਸਾਡਾ ਦੁਸ਼ਮਣ ਸਾਡੇ ਬਾਰੇ ਲਿਖਦਾ, ਕਿਉਂ ਲਿਖਦਾ ਹੈ? ਧਿਆਨ ਨਾਲ ਸੁਣਿਓ। ਉਹ ਕਹਿੰਦਾ ਗੰਗਾ ਹੱਡੀਆਂ ਪਾਵਤ ਨਾ ਹੈ, ਕਿਰਿਆ ਕਰਮ ਕਰਾਵਤ ਨਾ ਹੈ। ਇਹ ਕਿਸੇ ਤਰ੍ਹਾਂ ਦੇ ਖਾਸ ਕੋਈ ਕਿਰਿਆ ਕਰਮ ਨਹੀਂ ਕਰਦਾ, ਇਹ ਖਾਸ ਥਾਂ ਤੇ ਹੱਡੀਆਂ ਪਾਉਣ ਨਹੀਂ ਜਾਂਦਾ, ਇਹ ਖਾਸ ਥਾਂ ਤੇ ਕੋਈ ਤੀਰਥ ਇਸ਼ਨਾਨੀ ਨਹੀਂ ਬਣਦਾ। ਇਹ ਕੀ ਕਰਦਾ ਹੈ? ਇਹ ਸਾਰਿਆਂ ਵਿੱਚ ਰੱਬ ਵਸਿਆ ਵੇਖਦਾ। ਇਹ ਨਿਆਰਾਪਨ ਇਹਦਾ ਕੀ ਹੈ? ਇਹ ਬੁੱਤ ਪ੍ਰਸਤ ਨਹੀਂ ਹੈ। ਇਹ ਜਾਣ ਤੋਂ ਬਾਅਦ ਦੀਆਂ ਗੱਲਾਂ ਪਹਿਲਾਂ ਕਰ ਲੈਂਦਾ ਹੈ। ਇਹ ਜ਼ਿੰਦਗੀ ਨੂੰ ਇੰਨਾ ਸੁਖਾਲਾ ਬਣਾ ਲੈਂਦਾ ਹੈ। ਇਹ ਜਿੱਥੇ ਵੱਸਦਾ ਹੈ ਉਸ ਥਾਂ ਨੂੰ, ਉਸ ਜਗ੍ਹਾ ਨੂੰ ਇੰਨਾ ਪਵਿੱਤਰ ਬਣਾ ਦਿੰਦਾ ਹੈ ਵੀ ਉਹ ਥਾਂ ਸੱਚੀ ਮੁੱਚੀ ਪੂਜਣ ਯੋਗ ਬਣ ਜਾਂਦੀ ਹੈ। ਤਾਂ ਹੀ ਤੇ ਇੰਨੇ ਮਹਾਨ ਤੀਰਥਾਂ ਨਾਲ ਸਾਡੇ ਬਜ਼ੁਰਗ ਜੁੜ ਗਏ ਨਾ। ਔਰ ਅਸੀਂ ਇਹਨਾਂ ਗੱਲਾਂ ਨੂੰ ਬਹੁਤੇ ਗੌਰ ਨਾਲ, ਬਹੁਤੀ ਸੱਚੀ ਮੁੱਚੀ ਤਰਜੀਹ ਦੇ ਕੇ ਅੱਜ ਗੁਰੂ ਨਾਨਕ ਦੀ ਸਿੱਖੀ ਦਾ ਬੂਟਾ ਸਾਡੇ ਹਿਰਦਿਆਂ 'ਚ ਪਤਾ ਨਹੀਂ ਕਿਵੇਂ ਪੁੱਟਿਆ ਗਿਆ। ਇੱਥੇ ਪਤਾ ਨਹੀਂ ਕਿਹੜੇ ਕਿਹੜੇ ਬੂਟੇ ਲੱਗ ਗਏ। ਅਸਲ ਗੁਰੂ ਨਾਨਕ ਦਾ ਕਿਰਦਾਰ, ਗੁਰੂ ਨਾਨਕ ਜੀ ਦੀ ਉਹ ਵਿਚਾਰਧਾਰਾ ਜਿਹੜੇ ਸਾਡੇ ਜੀਵਨ ਵਿੱਚ ਮੇਰੇ ਦਾਤੇ ਨੇ ਪਾਈ ਸੀ, ਉਹ ਅਲੋਪ ਹੁੰਦੀ ਨਜ਼ਰ ਆਉਂਦੀ ਹੈ। ਮੇਰੇ ਬਾਬੇ ਨੇ ਪੂਰੇ ਭਾਰਤ ਦੇ ਅੰਦਰੋਂ 35 ਮਹਾਂਪੁਰਸ਼ ਇੱਕ ਥਾਂ ਤੇ ਬਿਠਾਤੇ। ਕਰਾਮਾਤ ਵੇਖੋ ਸਿੱਖੀ ਦੀ, ਪੂਰੇ ਭਾਰਤ ਵਿੱਚੋਂ 35 ਮਹਾਂਪੁਰਸ਼ ਇੱਕ ਥਾਂ ਤੇ ਬਿਠਾਤੇ। ਹੁਣ ਉਹਨਾਂ ਦੀਆਂ ਜਾਤਾਂ, ਬਿਰਾਦਰੀਆਂ, ਕਿਉਂਕਿ ਇਹ ਮੰਨਦੇ ਹੀ ਨਹੀਂ। ਤੇ ਕਿਹੜਾ ਪਿੰਡ ਹੈ ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਤੇ ਪਰ ਉੱਥੇ ਜਾਤਾਂ ਨਾ ਵਸਦੀਆਂ ਹੋਣ? ਹਰ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈ। ਸਵੇਰੇ ਸ਼ਾਮ ਇਹ ਵੀ ਪੜ੍ਹਿਆ ਜਾ ਰਿਹਾ ਹੈ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੁਸੀਂ ਧੰਨ ਹੋ, ਪਰ ਉਸੇ ਪਿੰਡ ਵਿੱਚ ਜਿਹੜੀ ਬਿਮਾਰੀ ਮੇਰੇ ਬਾਬੇ ਨੇ ਪੂਰੇ ਭਾਰਤ ਵਿੱਚੋਂ ਖਤਮ ਕਰਨ ਦਾ ਤਹਈਆ ਕੀਤਾ ਸੀ, ਉਹ ਅਜੇ ਤੱਕ ਪਿੰਡਾਂ 'ਚੋਂ ਨਹੀਂ ਮੁੱਕੀ। 500 ਸਾਲ ਹੋ ਗਏ, ਕੌਣ ਕਿਸੇ ਦੀ ਸੁਣਦਾ ਇੱਥੇ? ਕਿਉਂਕਿ ਅਸੀਂ ਧਿਆਨ ਨਾਲ ਗੁਰੂ ਦੀ ਨਹੀਂ ਸੁਣਦੇ। ਅਸੀਂ ਗੁਰੂ ਦੀ ਸੁਣਨ ਲਈ ਕਾਹਲੇ ਨਹੀਂ ਪੈਂਦੇ। ਪੂਰੇ ਭਾਰਤ ਵਿੱਚੋਂ 35 ਮਹਾਂਪੁਰਸ਼ ਇੱਕ ਥਾਂ ਤੇ ਬਿਠਾਏ। 35 ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਤੇ ਅਸੀਂ 35 ਮਹਾਂਪੁਰਸ਼ਾਂ ਨੂੰ ਕਿਹਾ ਇਹ ਪਿੰਡ ਵਿੱਚ ਜੱਟਾਂ ਵਾਲਾ, ਇਹ ਮਜ਼੍ਹਬੀਆਂ ਵਾਲਾ। ਸਿੱਖਾ ਘੱਟੋ ਘੱਟ ਗੁਰੂ ਨਾਲ ਤੇ ਐ ਨਾ ਕਰਦਾ।
बाकी तो ठीक है सारिਆਂ ਨਾਲ कर लेंदा, तू तो गुरु भी वंड लिया। तो मैं कहना हुन्ना भी जिन्हें सानू एक करना सी जदों असीं वो ही वंड लिया, फिर असीं एक किदण होवांगे। ते जिद्दण तुसीं एक हो गए, नूर दी सरां तुहाडे लागे ही पैंदा। गरजा सिंह बोता सिंह ने, बस गरजा सिंह ते बोता सिंह। साडे कई बार प्रचारकां ने सानू दस्सिया भी उन्हां चों एक जट सी एक मजबी सी, पर वो गरजा सिंह ते बोता सिंह ही ने। साडे दसी जांदे ने भी वो इदां दे, वो दो ने बस। पिट्ठां जोड़ लियां उन्हां योधियां ने ते पिठ जोड़ के ऐसा इतिहास सिरजिया ਜਿਹੜਾ दुनिया के इतिहास के सुनहरी पन्नियां च अंकित है। दो योधियां ने पिठ जोड़ के ताकत नूं हराया किवें जा सकदा है, वड्डियां वड्डियां ताकतां दी पिठ लवाई किवें जा सकदी है। जिद्दण पिट्ठां जोड़नियां आ गईयां उदण हर दुनिया तुहाडे चरनां च झुकी दिसेगी। एवें नहीं ताज लैके आ गए सन अगले। इतिहास है ना, तुसीं सुणदे ही हो, कितनी बार सुनिया होना। मुगल सल्तनत है, भारत विच मुगलों का राज है ते जालम भी सिरे दे ने। पर एक वेला आया जिदण आप ताज लैके अमृतसर की धरती ते आन खड़े होए, सिखो ताज लै लो, सिखो बादशाह देण आए आ तुहानूं, तुहाडे नाल लड़िया नहीं जांदा। हार गए लड़ लड़ के, हर तरह का मुकाबला करके वेख लिया, क्योंकि फिरका इनका अपरा पारा, इन्हां दा फिरका बड़ा न्यारा है। ये किसी तरह के कर्म, ये किसी तरह के वहम भरम विच नहीं पैंदे, ये असल जिंदगी नूं जिंदगी समझते हैं ते जिंदगी जिउणा इन्हां वास्ते अहम तोहफा है। उस जीवन की बाजी नूं इन्ना सोहना खेडदे ने ना, इन्ना प्यारा खेडदे ने। इन्हां दे घर जे कोई 7 साल की बाजी खेड के गया तो इतिहास विच लिखिया है, इस 7 साल का मुकाबला कोई 80 साल का बंदा भी नहीं कर सकता। सिर्फ सानू ही माण है, असी 7 साल के बच्चे नूं बाबा फतेह सिंह कहने आ सत्कार वजों। असी की कहने आ, बाबा फतेह सिंह जी। बच्चों नूं बाबा कौन कहता हुंदा है? करनियां ने बाबे बनाउणा हुंदा है, उमरां नहीं बाबे बनाउंदियां। उम्र तो किसे कई बार बंदे की 80 साल हुंदी है तो आपां नूं कहना पैंदा भी उम्र इन्नी हो गई, काम न्याणे वाले ने दे। ये बापू तो न्याणियां तो भी गया गुजरिया है ते इत्थे न्याणे बाबे बने ने। इस बाणी की करामात है, इस बाणी का प्रताप है। इत्थे बाबियां नूं बनाउण दी जाच बाणी जानदी है। इत्थे 7 साल का बाबा बनता है, इत्थे 7 साल का गुरु बन जाता है। 7 साल का गुरु गुरता गद्दी ते बह के ये 65 साल 55 साल के पंडित दियां गोरनियां लवा दिंदा है। केड़ी केड़ी करामात की गल करो, ये असल करामात है गुरु नानक दे घर दी। पजोखड़े का इतिहास चेते कर लियो। पंडित लाल चंद आया सी उत्थे, मौका बन गया, बच्चे नूं गुरु बना लिया। सिखां ने हुण किवें जवाब देगा? मेरे किन्ने ही सवाल ने ते सवालों की लिस्ट बना के पजोखरे की धरती ते पहुँच गया। आण के सवाल किया, तुसीं निके जे बच्चे नूं गुरु बनाए, मेरे सवालों के जवाब दिओ। गुरु दे सिखां ने कहा कोई गल नहीं, तेरे सवालों के जवाब ही दिते जाणगे। कहानी नूं अपना ही रंग साडे बंदियां ने देता है। कई बार जदों सामने हाज़र होया, मेरे दातार सच्चे पातशाह जी ने कहा जे मैं तेरे सवालों के जवाब दिते तो शंका तेरा फिर उदां दा उदां ही रह जाना। तू कहना जवाब इन्हें नहीं दिते ते गुरु नानक ने आप दवा ले ने। जा पंडित जी, तेरा शंका दूर होना चाहिए। सिखां विचों किसी नूं आवाज़ मार के लिया, तेरी कल्ली कल्ली जवाब गल दा जवाब देना मेरे सिख जाणदे। मौका मिल गया, हुण लभ के लियाउने आ किसी नूं। सेवा करदा भांडियां विच सारे कपड़े सवाह नाल लिबड़े ने ते पंडित लाल चंद नूं लग्या भी इहनूं काहदा जवाब आउंदा होणे, ये थोड़ी जवाब दे लेगा। जदों सामने आया पंडित लाल चंद ते गुरु हरकृष्ण पातशाह जी ने कहा भी इन्हां दे कुछ शंके ने, उन्हां दे जवाब देने ने। ये धर्म ग्रंथ लैके आए ने, ये कहते ने इहदे च लिखे सलोकां दे अर्थ करने ने। हर धर्म का ग्रंथ अपने आप लिए पूजनीय हुंदा है, सानू इहदे च कोई शक ते सुभाव नहीं होना चाहिए।
पर एक सवाल पंडित लाल चंद नूं गुरु के प्यारे उस सिख ने जिन्हों इतिहास विच भाई छज्जू के नाम नाल जानिया जाता है, और ये भाई छज्जू जिहड़े पंज प्यारे ने उन्हां दा रिश्ते विच दादा लगदा है। हिम्मत सिंह दा दादा है भाई छज्जू। इन्हां दा कुर्सीनामा पढ़िओ किते, ये कित्थों तो गुरु नानक दे घर नाल जुड़े होए ने। उन्हें सवाल किया तो महाराज सच्चे पातशाह जी के प्यार में भेजे हुए सिख ने कहा भी मैं एक दो सवाल मैं कर ला पहला। कहते कर लो। कहते मैनू इन्ना क दस दो, हर सवाल का जवाब मैं दे दूँ, जेड़े श्लोक का कहोगे जवाब दे देंगा, पर यह दस्यो भला भी ये जिन्हें तुहानू जन्म दिता है तुहाडी माता बारे ये ग्रंथ की कहंदा है। पीको जे हुंदे ने मां ते पुत, हुणे नहीं कह सकते हो। कहते दूजा जेड़े सवाल मैनू करना चाहुंदे हो मैनू इन्ना क जवाब दे दिओ भी ओहो ही धर्म ग्रंथ है ना जिन्हें कुरुक्षेत्र के मैदान में लोगों के पुत मरवा दिते, जिस दिन अपनी वारी आई तो मैदान छड्ड के दौड़ गया, उहो ही है ना। हुण तुसीं ये अंदाजा लाओ भी सिख तैयारी किन्नी करदे होणगे। कर जेड़े सवाल तू करने ने मैं इन्हां दे जवाब भी दे सकदा। इतिहास के पन्ने कहते ने सवाल करने की हिम्मत नहीं हुई बाद च ओहदी। गुरु के प्यारिओ अपने वडमुले इतिहास ते माण करना सिखो। अपने बच्चों नाल बह के कदी गल्लां करया करो, अपनियां घरां च टाइम दिओ बच्चों नूं। याद रखियो अज तुहाडे कोल बच्चों लई वक्त नहीं, जिदन बच्चों का वक्त आउणा है उदन बच्चों कोल तुहाडे लई वक्त नहीं होना। बिरध आश्रम खाली हो जाएंगे जे असी बच्चों को टाइम देन लग जाइए। बचो मोबाइल की इलैक्ट्रॉनिक दुनिया तो, चिट्टियां दे नशियां तो बच गए, असी बचा ले। असी डर सी ना उन्हां दा। आ एक नशा साडे बच्चों दीयां जेबां च हर वेले रहिंदा, ना रात दे 12 बजे तक सौण दिंदा, तड़के 4 बजे फिर ठा लैंदा। इस नशे तो बच्चों को बचा लो। जे अज साडे बच्चों दे कोल इस नशे तो बचाउण दी साडे कोल जाच ना होई तो इस बीमारी तो नहीं बचना। इसलिए कुछ गल्लां नूं बड़े ध्यान नाल समझना हुंदा है। असी खुद किस्मत समझते हैं अपने आप को भी जे किते बाकी थावां ते इस तरह की घटना वापरी होंदी ते टब्बर दा रो रो बुरा हाल हो जाना सी। दुख तो इस टब्बर नूं भी है, ये नहीं भी सानू दुख नहीं है, फीलिंग है, और वो फीलिंग जीउंदी रहनी चाहिए है। असी ते पंजाबी लोग खास करके पंजाब दे लोग इन्ने फीलिंग वाले हाँ, असी ते किसे दे अख दे हंझू नहीं वेख सकते, किसे दे वजी झरीट नहीं साडे तो वेखी जाती। अपने मैंबर दा तुर जाना साडे वास्ते दुखदाई हुंदा है, कोई शक नहीं, पर बाणी कहती है तू दुखी नहीं होना, क्योंकि दुनिया नूं ये दसना है असल विच सुख इसे गल विच है कि दुख तैनूं ढा ना लवे। किते दुख दे सामने ढेरी ना ढा लई, तगड़ा हो के, क्योंकि तेरे गुरु साहिबाना ने, तेरे वड वडेरिया ने, तेरे पुरखिया ने साडे घर जदों किते इस तरह का कोई भाणा वापर जाता तो ये चढ़दी कला च किवें रहिंदे। जिहड़ी मैं गल तुहाडे नाल काजी नूर मुहम्मद की करदा सी, वो कहंदा इन्हां दे घर सिंह सिंह ने जो मर जाए हैं। इन्हां दे घर जदों कोई मरदा है तो आम करके सोग पै जांदा है, पर सिखां दे घर सोग नहीं पैंदा। आ है इन्हां दी चढ़दी कला। सिंह सिंह नी जो मर जाए हैं, बांटत हलवा तुरंत बने हैं। हलवा कहंदा वो कड़ाह प्रसाद दी देग नूं। वो कहंदा एडी चढ़दी कला वाली कौम है, इन्हां दे घर कोई बच्चा बजुर्ग नौजवान चढ़ाई कर जाए ना तो हलवा वंडदे ने, मिठा वंडदे ने। ते किहड़ी दुनिया च कौम है जिहड़ी मौत ते मिठा वंडदी है? ये मौत नूं भी मिठा करके कवे कोई भावें ना कवे। वेखो साडी किन्नी खूबसूरती है, मन्नीए ना मन्नीए, रोईए धोईए तंग होईए, पर देग लैणों कोई इनकार करदा भी मैं देग नहीं लैणी। ते जे देग लैके मिठा छक रहा है ना, यदा मतलब है इन्हें मिठा करके मन लिया पाना। पर साडे वास्ते तो कड़ाह प्रसाद ही है ना, बना के लिया भाइयों ने तो वरता देना है। पर जिहड़ा दूजा वेंदा है ना तुहाडे कड़ाह प्रसाद नूं, वो कहंदा आ जे खूबी इन्हां दी।
ਸਾਡੇ ਵਾਸਤੇ ਕੀ ਹੈ? ਸਾਡੇ ਵਾਸਤੇ ਇਹਨਾਂ ਵੀ ਉਹ ਤਿੰਨ ਤਰ੍ਹਾਂ ਦੀ ਧਰੌਲ ਬਣਦੀ ਹੈ। ਉਹਦੇ 'ਚ ਖੰਡ ਪੈਂਦੀ ਹੈ, ਉਹਦੇ 'ਚ ਘਿਓ ਪੈਂਦਾ ਹੈ, ਉਹਦੇ 'ਚ ਪਾਣੀ ਪੈਂਦਾ ਹੈ, ਉਹਦੇ 'ਚ ਆਟਾ ਪੈਂਦਾ ਹੈ ਤੇ ਕੜਾਹ ਪ੍ਰਸ਼ਾਦ ਬਣ ਜਾਂਦਾ। ਸਾਡੇ ਹਿਸਾਬ ਨਾਲ ਤੇ ਇੰਨਾ ਆ। ਪਰ ਜਿਹਨੇ ਦੂਜੇ ਨੇ ਤੁਹਾਡਾ ਇਤਿਹਾਸ ਪੜ੍ਹਿਆ ਨਾ, ਉਹ ਕਹਿੰਦਾ ਦੁਨੀਆ 'ਚ ਪਹਿਲੀ ਕੌਮ ਹੈ ਜਿਹੜੀ ਮਰਗ ਤੇ ਮਿੱਠਾ ਖਾ ਲੈਂਦੀ ਹੈ। ਤੇ ਇਹ ਨਹੀਂ ਬਜ਼ੁਰਗਾਂ ਦੇ। ਹਾਲਾਂਕਿ ਸਾਡੇ ਆਮ ਕਲਚਰ ਵਿੱਚ ਜਿਹੜੀ ਗੱਲ ਆ ਗਈ ਹੈ, ਬਜ਼ੁਰਗਾਂ ਦੇ ਮਰਨ ਤੇ ਮਖਾਣੇ ਵੰਡੇ ਜਾਂਦੇ ਨੇ। ਪਤਾ ਨਹੀਂ ਕਿੱਥੋਂ ਆ ਗਈ ਹੈ ਰੀਤ ਸਾਡੇ। ਇਹ ਗਲਤ ਹੈ। ਜੇ ਵੰਡਣੇ ਹੈ ਤੇ ਸਦੀਵੀ ਵੰਡੋ, ਜੇ ਨਹੀਂ ਵੰਡਣੇ ਤੇ ਕਿਸੇ ਦੀ ਵੀ ਮੌਤ, ਦੁੱਖ ਤੇ ਸੁੱਖ ਨਹੀਂ ਹੁੰਦੇ। ਸਾਡੇ ਸਿੱਖਾਂ ਨੂੰ ਇੱਕ ਹੋਰ ਬਿਮਾਰੀ ਹੈ, ਵੱਡਾ ਕਰਨਾ। ਬਚ ਜਾਓ ਇਹਨਾਂ ਬਿਮਾਰੀਆਂ ਤੋਂ। ਹੁਣ ਤੇ ਕਈ ਵਾਰ ਜਾਈਦਾ ਹੈ ਨਾ ਭੋਗ ਤੇ ਜਾਂ ਮਰਗ ਦੇ ਸਮਾਗਮਾਂ 'ਚ, ਤੇ ਵਿਆਹ 'ਚ ਤੇ ਮਰਗ 'ਚ ਪਤਾ ਹੀ ਨਹੀਂ ਲੱਗਦਾ। ਨਾਲੇ ਰੋਈ ਜਾਣਗੇ, ਨਾਲੇ ਮਿੱਠਾ ਖਾਈ ਜਾਣਗੇ ਉੱਥੇ। ਕਿੱਡੀ ਅਜੀਬ ਜੀ ਗੱਲ ਹੈ। ਕਿਉਂਕਿ ਅਸੀਂ ਦੁਨੀਆ ਦੇ ਵਹਿਣ ਵਿੱਚ ਵੀ ਵਹਿ ਜਾਂਦੇ ਹਾਂ ਨਾਲ ਦੀ ਨਾਲ। ਬਸ ਗੁਰੂ ਦੀ ਦੇਗ ਮਿੱਠਾ ਛਕ ਲੈਨੇ ਆ, ਸ਼ੁਕਰ ਕਰ ਲੈਨੇ ਆ। ਇਹਦੇ ਤੋਂ ਇਲਾਵਾ ਅਸੀਂ ਕਿਸੇ ਤਰ੍ਹਾਂ ਦੇ ਹੋਰ ਭਰਮ ਵਿੱਚ ਨਹੀਂ ਪੈਂਦੇ। ਤੇ ਜਦੋਂ ਮੈਂ ਤੁਹਾਡੇ ਨਾਲ ਗੱਲ ਸ਼ੁਰੂ ਕੀਤੀ ਸੀ ਨਾ, ਮੈਂ ਇਹ ਬੇਨਤੀ ਕੀਤੀ ਸੀ ਵੀ ਉਹ ਕਹਿੰਦੇ ਸੀ ਇਹ ਸੈਂਕੜਿਆਂ 'ਚ ਕਿਵੇਂ ਜਿੱਤਦੇ ਨੇ ਹਜ਼ਾਰਾਂ ਨਾਲ। ਉਹ ਕਹਿੰਦੇ ਫਰਕ ਇੰਨਾ ਆ, ਜਦੋਂ ਸਾਡਾ ਇੱਕ ਮਰਦਾ ਆ, ਸਾਡੀਆਂ ਫੌਜਾਂ ਦੇ ਹੌਸਲੇ ਟੁੱਟ ਜਾਂਦੇ ਨੇ। ਇਹਨਾਂ ਦਾ ਇੱਕ ਧਰਤੀ ਤੇ ਡਿੱਗਦਾ ਆ, ਚੜ੍ਹਦੀ ਕਲਾ ਦੇ ਜਕਾਰੇ ਛੱਡ ਕੇ ਉਹਦੇ ਨਾਲੋਂ 4 ਗੁਣਾ ਹਿੰਮਤ ਨਾਲ ਅੱਗੇ ਵੱਧਦੇ ਨੇ। ਕਿਉਂਕਿ ਇਹਨਾਂ ਨੂੰ ਮੌਤ ਦੁਖੀ ਨਹੀਂ ਕਰਦੀ। ਇਹ ਬਾਬੇ ਨਾਨਕ ਦੀ ਬਾਣੀ 'ਚੋਂ ਆਨੰਦ ਪੜ੍ਹਦੇ ਨੇ। ਹੁਣ ਤੁਸੀਂ ਵੇਖੋ, ਕਿਸੇ ਬੱਚੇ ਦੀ ਡੈਥ ਹੋ ਜਾਏ, ਬਜ਼ੁਰਗ ਦੀ ਹੋ ਜਾਏ, ਨੌਜਵਾਨ ਦੀ ਹੋ ਜਾਏ, ਕਿਸੇ ਵੀਰ ਦੀ ਹੋਵੇ, ਕਿਸੇ ਭੈਣ ਦੀ ਹੋਵੇ, ਕਿਸੇ ਇੰਟੈਲੀਜੈਂਟ ਦੀ ਹੋਵੇ, ਕਿਸੇ ਨੋਰਮਲ ਬੰਦੇ ਦੀ ਹੋਵੇ, ਤੇ ਅਸੀਂ ਸਾਰੇ ਹੀ ਅੰਤਿਮ ਅਰਦਾਸ ਵਿੱਚ ਕੀ ਕਹਿੰਦੇ ਆ? ਆਨੰਦ ਭਇਆ ਮੇਰੀ। ਮੈਂ ਸ਼ੁਰੂ 'ਚ ਕਿਹਾ ਸੀ ਨਾ ਵੀ ਸੁਣਦੇ ਨਹੀਂ ਆਪਾਂ, ਬਸ ਪੜ੍ਹ ਲੈਂਦੇ ਆ। ਉਹ ਪਾਠੀਆਂ ਦੀ ਡਿਊਟੀ ਹੁੰਦੀ ਹੈ, ਉਹ ਪੜ੍ਹ ਜਾਂਦੇ ਨੇ ਆਨੰਦ ਭਇਆ, ਤੇ ਨਾਲੇ ਆਪਾਂ ਕਹੀ ਜਾਂਦੇ ਆ ਬੜਾ ਮਾੜਾ ਰੱਬ ਨੇ ਕਰਤਾ, ਨਾਲੇ ਕਹੀ ਜਾਂਦੇ ਹੋ ਆਨੰਦ ਹੈ, ਨਾਲੇ ਕਹੀ ਜਾਂਦੇ ਹੋ ਮਾੜਾ ਹੈ। ਇੱਕ ਬੰਨੇ ਤੇ ਲੱਗੀ ਹੈ ਨਾ ਆਪਾਂ। ਮਾੜਾ ਨਹੀਂ ਕਰਦਾ ਰੱਬ। ਮੈਂ ਵੀਰ ਬਲਜੀਤ ਸਿੰਘ ਨੂੰ ਨਾਲ ਗੱਲ ਕਰਦਾ ਸੀ। ਮੈਂ ਕਿਹਾ ਵੀਰ ਬਲਜੀਤ ਸਿੰਘ, ਇਹ ਠੀਕ ਹੈ ਵੀ ਬਜ਼ੁਰਗਾਂ ਦੀਆਂ ਲੋੜਾਂ ਕਦੀ ਪੂਰੀਆਂ ਨਹੀਂ ਹੁੰਦੀਆਂ। ਜੇ ਬਾਪੂ 20 ਸਾਲ ਬਾਅਦ ਵੀ ਜਾਂਦਾ ਨਾ, ਆਪਾਂ ਨੂੰ ਸਾਰਿਆਂ ਨੂੰ ਐਂ ਹੀ ਲੱਗਣਾ ਸੀ ਵੀ ਅਜੇ ਲੋੜ ਹੈ। 20 ਸਾਲ ਬਾਅਦ ਆਪਾਂ ਕਹਿ ਦੇਣਾ ਸੀ ਵੀ ਹੁਣ ਨਹੀਂ ਲੋੜ ਬਾਪੂ ਦੀ। ਜੇ 30 ਸਾਲ ਬਾਅਦ ਬਾਪੂ ਜਾਂਦਾ ਤਾਂ ਵੀ ਆਪਾਂ ਐਂ ਹੀ ਕਹਿਣਾ ਸੀ ਵੀ ਸਾਨੂੰ ਲੋੜ ਸੀ ਅਜੇ। ਕਿਉਂਕਿ ਬਜ਼ੁਰਗਾਂ ਦੀਆਂ ਲੋੜਾਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ। ਪਰ ਸ਼ੁਕਰ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ, ਬਾਪੂ ਜੀ ਮੌਤ ਸੋਹਣੀ ਗਏ ਨੇ। ਪਰੇਸ਼ਾਨ ਨਹੀਂ ਹੋਏ, ਮੰਜੇ ਤੇ ਨਹੀਂ ਪਏ, ਕੋਈ ਸੇਵਾਦਾਰ ਨਹੀਂ ਲੱਭਿਆ ਉਹਨਾਂ ਨੇ। ਉਹਨਾਂ ਨੂੰ ਕਿਸੇ ਹਸਪੀਟਲ ਜਾ ਕੇ ਸਾਰਾ ਸਰੀਰ ਸੂਇਆਂ ਨਾਲ, ਸਰਿੰਜਾਂ ਨਾਲ ਨਹੀਂ ਬਣਾਉਣਾ ਪਿਆ। ਜੇ ਕੋਈ ਬੰਦਾ ਬਿਮਾਰ ਹੋ ਕੇ ਹਸਪੀਟਲ ਚਲਾ ਜਾਏ ਨਾ, ਤੇ 2-4-10 ਦਿਨ, ਮਹੀਨਾ ਹਸਪੀਟਲ ਰਹਿਣਾ ਪੈ ਜਾਏ। ਜੇ ਹਸਪੀਟਲੋਂ ਆ ਕੇ ਬੰਦਾ ਮਹੀਨਾ 2 ਮਹੀਨੇ ਘਰ ਬੈੱਡ ਤੇ ਪੈ ਜਾਏ, ਮੰਜੇ ਤੇ ਪੈ ਜਾਏ, ਤੇ ਹਾਲਾਤ ਉਹ ਵੀ ਕੋਈ ਬਹੁਤੇ ਵਧੀਆ ਨਹੀਂ ਹੁੰਦੇ। ਇਸ ਕਰਕੇ ਖੇਡ ਹੈ ਬਸ ਉਸ ਕੁਦਰਤ ਦੀ। ਜਿੰਨਾ ਬਾਪੂ ਦਾ ਸਮਾਂ ਸੀ ਤੁਹਾਡੇ ਨਾਲ, ਬਾਪੂ ਨੇ ਬਤੀਤ ਕਰ ਲਿਆ। ਤੇ ਜਿੱਦਣ ਜਾਣਾ ਸੀ ਬਾਪੂ ਨੇ, ਉਹਨੇ ਇਹ ਸੋਚਿਆ ਵੀ ਮੈਂ ਆਪਣੇ ਬੱਚਿਆਂ ਨੂੰ ਜਾਣ ਲੱਗਿਆ ਭੋਰਾ ਵੀ ਦੁੱਖ ਨਹੀਂ ਦੇ ਕੇ ਜਾਣਾ। ਬਸ ਠੀਕ ਹੈ, 1 ਵਜੇ ਬੈਠੇ, 1:30 ਵਜੇ ਤੁਹਾਨੂੰ ਫਤਿਹ ਬੁਲਾਤੀ ਵੀ ਚੰਗਾ ਮਿੱਤਰੋ ਸਾਡਾ ਵੇਲਾ ਹੋ ਗਿਆ ਹੁਣ। ਕੋਈ ਗੱਲ ਨਹੀਂ, ਆਨੰਦ ਵਿੱਚ ਰਹੀਏ ਫਿਰ ਅਸੀਂ। ਨਾਲੇ ਆਪਾਂ ਡਾਵਾਂ ਡੋਲ ਤਾਂ ਹੋਈਏ ਜੇ ਅਸੀਂ ਕਿਸਾਨੀ ਸੰਘਰਸ਼ ਵਿੱਚ ਨਾ, ਬਾਪੂ ਹਰਦੀਪ ਸਿੰਘ ਡਿਬਡਿਬਾ ਦਾ ਪੋਤਰਾ ਚੜ੍ਹਾਈ ਕਰ ਗਿਆ। ਹੁਣ ਸੌਖਾ ਨਹੀਂ ਹੁੰਦਾ ਪੋਤਰੇ ਦੀ ਲਾਸ਼ ਘਰ ਲੈ ਕੇ ਜਾਣੀ। ਤੇ ਜਦੋਂ ਪੋਤਰੇ ਦੀ ਲਾਸ਼ ਘਰ ਲੈ ਕੇ ਗਏ ਨਾ, ਉਹਨਾਂ ਨੂੰ ਪੱਤਰਕਾਰ ਪੁੱਛਦੇ ਸੀ ਵੀ ਤਾਂ ਤੁਸੀਂ ਦੁਖੀ ਨਹੀਂ ਹੋ, ਪਰੇਸ਼ਾਨ ਨਹੀਂ ਹੋ ਤੁਸੀਂ? ਤੇ ਬਾਪੂ ਦਾ ਨਾ ਜਵਾਬ ਬੜਾ ਪਿਆਰਾ ਸੀ। ਜਦੋਂ ਅਸੀਂ ਵੀ ਮਿਲਣ ਗਏ ਨਾ, ਸਾਨੂੰ ਵੀ ਉਹਨਾਂ ਇਹੋ ਜਵਾਬ, ਅਸੀਂ ਕਿਹਾ ਬਾਪੂ ਜੀ ਤੁਹਾਨੂੰ ਪਰੇਸ਼ਾਨੀ ਤਾਂ ਹੁੰਦੀ ਹੈ ਨਾ ਪੋਤਰੇ ਦੀ ਲਾਸ਼ ਅੱਖਾਂ ਸਾਹਮਣੇ ਵੇਖਣੀ। ਹਾਲਾਂਕਿ ਦਾਦੇ ਦੀ ਲਾਸ਼ ਤੇ ਪੋਤਰਾ ਵੇਖ ਸਕਦਾ, ਪਰ ਪੋਤਰੇ ਦੀ ਲਾਸ਼ ਦਾਦੇ ਵਾਸਤੇ ਵੇਖਣੀ ਇਹ ਸੌਖਾ ਕੰਮ ਨਹੀਂ ਹੈ। ਦਾਦੀ ਵਾਸਤੇ ਵੇਖਣੀ ਸੌਖਾ ਕੰਮ ਨਹੀਂ ਹੈ। ਤੇ ਉਹ ਬਜ਼ੁਰਗ ਬਾਪੂ ਨੇ ਪਤਾ ਕੀ ਕਿਹਾ? ਕਹਿੰਦਾ ਬੱਚਿਓ 1984 ਤੋਂ ਲੈ ਕੇ ਅੱਜ ਤੱਕ ਲਾਸ਼ਾਂ ਵੇਖੀਆਂ ਇੰਨੀਆਂ ਨੇ, ਹੁਣ ਬਹੁਤਾ ਫਰਕ ਨਹੀਂ ਪੈਂਦਾ।
ਕਿੰਨਿਆਂ ਪੁੱਤਾਂ ਦੀਆਂ, ਕਿੰਨਿਆਂ ਪੋਤਰਿਆਂ ਦੀਆਂ, ਕਿੰਨੀਆਂ ਧੀਆਂ ਦੀਆਂ, ਕਿੰਨੇ ਨਿੱਕੇ ਨਿੱਕੇ ਬੱਚਿਆਂ ਦੀਆਂ ਵੇਖੀਆਂ, ਉਹਨਾਂ 'ਚ ਇੱਕ ਨਵਰੀਤ ਦੀ ਲੱਗਦੀ ਹੈ। ਹੁਣ ਕੋਈ ਬਹੁਤਾ ਵੱਖਰਾ ਜਿਹਾ ਨਹੀਂ ਲੱਗਦਾ, ਜਿਵੇਂ ਪੱਕ ਨਹੀਂ ਜਾਂਦਾ ਬੰਦਾ। ਤੇ ਅਸੀਂ ਜਿਉਂ ਜੰਮੇ ਆ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ, ਅਸੀਂ ਜਿਉਂ ਜੰਮੇ ਆ, ਅਸੀਂ ਭੂਤ ਨੇ ਬਤਾਲੇ, ਅਸੀਂ ਛੋਟੇ ਛੋਟੇ, ਸਿੱਖ ਕੌਮ ਨਿੱਕੀ ਜੀ ਸੀ, ਅਜੇ ਇਹਨੇ ਚੰਗੀ ਤਰ੍ਹਾਂ ਜਵਾਨੀ 'ਚ ਪੈਰ ਵੀ ਨਹੀਂ ਸੀ ਰੱਖਿਆ ਸਿੱਖ ਕੌਮ ਨੇ, ਜਿੱਦਣ ਆਪਣੇ ਬਾਪੂ ਨੂੰ ਤੱਤੀ ਤਵੀ ਤੇ ਬਹਿ ਕੇ ਸ਼ਹੀਦ ਹੁੰਦਿਆਂ ਵੇਖ ਲਿਆ ਸੀ। 1469 ਵਿੱਚ ਜਨਮ ਹੋਇਆ ਨਾ ਸਾਡਾ ਸਿੱਖ ਕੌਮ ਦਾ। ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਅਸੀਂ ਸਿੱਖ ਪੰਥ ਦੇ ਬਾਨੀ ਮੰਨਦੇ ਆ ਨਾ। 1469 ਤੇ 1606 ਸਮਾਂ ਕਿੰਨਾ ਸੀ? ਜਵਾਨੀ ਦੀ ਦਹਲੀਜ਼ ਤੇ ਸਿੱਖ ਕੌਮ ਨੇ ਪੈਰ ਰੱਖਿਆ ਸੀ ਅਜੇ, ਤੇ ਉਸ ਵੇਲੇ ਅਸੀਂ ਆਪਣੇ ਬਾਪੂ ਨੂੰ ਸ਼ਹੀਦ ਹੁੰਦਿਆਂ ਵੇਖਿਆ ਸੀ ਤੱਤੀ ਤਵੀ ਤੇ ਬਿਠਾ ਕੇ। ਅਸੀਂ ਆਪਣੇ ਬਾਪੂ ਦੇ ਛਾਲੇ ਹੋਏ ਸਰੀਰ ਵੇਖਿਆ ਸੀ ਉਦੋਂ। ਇਸ ਕਰਕੇ ਪੱਕੇ ਹੁੰਦੇ ਗਏ ਹੌਲੀ ਹੌਲੀ ਅਸੀਂ। ਫਿਰ ਅਸੀਂ ਆਪਣੇ ਬਾਪੂ ਦਾ ਧੜ ਦਿੱਲੀ ਤੇ ਸੀਸ ਆਨੰਦਪੁਰ ਵੇਖਿਆ। ਸਾਡੇ ਬਾਪੂ ਨਾਲ ਹੀ ਹੋਇਆ, ਏਦਾਂ ਬਾਕੀਆਂ ਨਾਲ ਥੋੜੀ ਹੋਇਆ। ਤੇ ਗੱਲ ਕੀ ਸੀ? ਵਕਤ ਦੀ ਜ਼ਾਲਮ ਸਰਕਾਰ ਕਹਿੰਦੀ ਸੀ ਅਸੀਂ ਸੁੱਖ ਦੇ ਸਾਹ ਨਹੀਂ ਲੈਣ ਦੇਣੇ ਦੁਨੀਆ ਦੇ ਲੋਕਾਂ ਨੂੰ, ਕਿਸੇ ਨੂੰ ਧਾਰਮਿਕ ਚਿੰਨ੍ਹ ਨਹੀਂ ਧਾਰਨ ਕਰਨ ਦੇਣਾ, ਇਹ ਜਨੇਊ ਨਹੀਂ ਪਾ ਸਕਦੇ। ਤੇ ਮੇਰੇ ਨਾਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿਹਾ ਸੀ, ਔਰੰਗਜ਼ੇਬ ਤਾਕਤ 'ਚ ਹੋਏਗਾ ਆਪਣੇ ਥਾਂ ਤੇ, ਤੇਰੇ ਕੋਲ ਤਾਕਤ ਹੋਏਗੀ ਆਪਣੇ ਥਾਂ ਤੇ, ਪਰ ਤੇਰੀ ਤਲਵਾਰ ਦੇ ਸਾਹਮਣੇ ਗੁਰੂ ਨਾਨਕ ਦਾ ਘਰ ਹਿੱਕ ਢਾਹ ਕੇ ਖੜਾ, ਤੇਰੀ ਤਲਵਾਰ ਚੱਲਣ ਨਹੀਂ ਦੇਣੀ ਇੱਥੇ। ਸਾਡੇ ਹੁੰਦਿਆਂ ਕਿਸੇ ਨਾਲ ਧੱਕਾ ਨਹੀਂ ਕਰ ਸਕਦਾ ਤੂੰ। ਇਹੀ ਰੀਜਨ ਸੀ ਨਾ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਧੜ ਦਾ ਸੰਸਕਾਰ। ਗੁਰੂ ਸਾਡੇ 10 ਗੁਰੂ ਸਾਹਿਬਾਨਾਂ ਵਿੱਚੋਂ 2 ਗੁਰੂ ਸਾਹਿਬਾਨ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ, ਤੇ ਜਿਨ੍ਹਾਂ ਵਿੱਚੋਂ ਇੱਕ ਗੁਰੂ ਸਾਹਿਬਾਨ ਦਾ ਧੜ ਇੱਕ ਥਾਂ ਤੇ ਸੀਸ ਇੱਕ ਥਾਂ ਤੇ। ਧੜ ਤੇ ਸੀਸ ਦਾ ਸੰਸਕਾਰ ਨਹੀਂ ਇੱਕ ਥਾਂ ਤੇ ਹੋਇਆ। ਇਸ ਕਰਕੇ ਸਾਨੂੰ ਬਹੁਤਾ ਨਹੀਂ ਲੱਗਦਾ, ਅਸੀਂ ਸੁਣਿਆ ਹੀ ਇੰਨਾ ਆ। ਅਸੀਂ 80 ਸਾਲ ਦੀ ਬਜ਼ੁਰਗ ਬੇਬੇ ਨੂੰ ਸ਼ਹਾਦਤ ਦਾ ਜਾਮ ਪੀਂਦਿਆਂ ਵੇਖਿਆ, ਤੇ ਇੰਨੀ ਬੁਰੀ ਤਰ੍ਹਾਂ ਨਾਲ ਮਾਤਾ ਨੂੰ ਸ਼ਹੀਦ ਕੀਤਾ ਗਿਆ। 80 ਸਾਲ ਦੀ ਬਜ਼ੁਰਗ ਮਾਤਾ ਗੁਜਰ ਕੌਰ ਵਰਗੀ ਤੇ ਠੰਡੇ ਬੁਰਜ 'ਚੋਂ ਧੱਕਾ ਦੇ ਕੇ ਥੱਲੇ ਸੁੱਟ ਦੇਣਾ ਅਸੀਂ ਸੁਣਿਆ, ਅਸੀਂ ਵੇਖਿਆ। ਇਸ ਕਰਕੇ ਸਾਨੂੰ ਇਹ ਗੱਲ ਠੀਕ ਹੈ ਵੀ ਫੀਲਿੰਗ ਤਾਂ ਰਹਿਣੀ ਚਾਹੀਦੀ ਹੈ, ਪਰ ਸਾਡੇ ਅੰਦਰ ਚੜ੍ਹਦੀ ਕਲਾ ਜੀ ਰਹਿੰਦੀ ਹੈ ਵੀ ਕੋਈ ਗੱਲ ਨਹੀਂ, ਫਿਰ ਕੀ ਹੋਇਆ, ਵਾਪਰਦਾ। ਹੌਸਲੇ ਨਾਲ। ਦੂਜਾ, ਜਦੋਂ ਵੀ ਪਰਿਵਾਰਾਂ ਵਿੱਚ ਬੈਠਿਆ ਕਰੋ ਨਾ ਗੁਰੂ ਕੇ ਪਿਆਰ ਵਾਲਿਓ, ਹਮੇਸ਼ਾ ਚੜ੍ਹਦੀ ਕਲਾ ਦਾ ਸੰਕੇਤ ਦਿਆ ਕਰੋ ਪਰਿਵਾਰਾਂ ਵਿੱਚ ਬੈਠ ਕੇ। ਸਤਿਕਾਰਯੋਗ ਮਾਤਾ ਜੀ, ਉਹਨਾਂ ਨੂੰ ਮਿਲ ਕੇ ਐ ਨਾ ਕਹੋ ਵੀ ਹੁਣ ਕੀ ਬਣੇਗਾ ਤੇਰਾ। ਕਿਉਂ ਬਈ, ਕੀ ਬਣੇਗਾ ਕਿਉਂ? ਹੀਰਿਆਂ ਵਰਗੇ 2 ਪੁੱਤ ਨੇ, ਧੀਆਂ ਨੇ, ਸਾਰਾ ਟੱਬਰ ਗੋਡੇ ਨਾਲ ਜੁੜ ਕੇ ਬਹਿੰਦਾ ਹੈ, ਦੁੱਖ ਵਿੱਚ ਸੁੱਖ ਵਿੱਚ ਸ਼ਰੀਕ ਹੁੰਦੇ ਨੇ, ਅੱਧੀ ਬੋਲ ਤੇ ਗੱਲ ਪੂਰੀ ਕਰਦੇ ਨੇ, ਤੇ ਅਸੀਂ ਮਾਤਾ ਨੂੰ ਕਹੀ ਜਾਈਏ ਹੁਣ ਤੇਰਾ ਕੀ ਬਣੇਗਾ। ਕਮਾਲ ਹੈ। ਇਦਾਂ ਦੀਆਂ ਗੱਲਾਂ ਬਿਲਕੁਲ ਸਾਡੇ ਕਲਚਰ 'ਚ ਦੇ ਨਾਲੇ ਹੈ ਹੀ ਨਹੀਂ। ਬੇਬੇ ਨੂੰ ਮਿਲੋ, ਉਹਨੂੰ ਕਹੋ ਚੜ੍ਹਦੀ ਕਲਾ 'ਚ ਰਹਿ ਬੇਬੇ, ਕੋਈ ਗੱਲ ਨਹੀਂ, ਜਿੰਨਾ ਸਾਥ ਸੀ ਨਿਭਾ ਗਏ, ਹੌਸਲਾ ਨਾ ਹਾਰੀ, ਤਗੜੀ ਹੋ ਕੇ ਆਪਣੇ ਪੁੱਤਾਂ ਦੇ ਨਾਲ ਮੋਢਾ ਜੋੜ ਕੇ ਖਲੋਈ, ਤੇਰੇ ਪੁੱਤ ਤੇਰੇ ਨਾਲ ਖਲੋਣਗੇ। ਮਾਯੂਸ ਨਹੀਂ ਹੋਣਾ, ਨਿਰਾਸ਼ ਨਹੀਂ ਹੋਣਾ। ਇਹ ਖੇਡ ਹੈ ਕੁਦਰਤ ਦੀ। ਇੱਥੇ ਇੱਕ ਪੈਦਾ ਹੁੰਦਾ ਹੈ ਤੇ ਇੱਕ ਜਾਂਦਾ ਹੈ। ਔਰ ਇਸ ਪਰਿਵਾਰ ਵਿੱਚ ਵੀ ਮੈਂ ਜਦੋਂ ਗੱਲ ਕਰਦੇ ਸੀ, ਅਸੀਂ ਵੀ ਥੋੜੇ ਦਿਨ ਪਹਿਲਾਂ ਸਤਿਗੁਰ ਨੇ ਦੋਤੇ ਦੀ ਦਾਤ ਬਖਸ਼ੀ ਹੈ। ਦੋਤਾ ਆਇਆ, ਬਾਪੂ ਚਲਾ ਗਿਆ। ਵੇਖੋ ਖੁਸ਼ੀ ਵੀ ਤੇ ਦਿੱਤੀ ਹੈ ਨਾ ਨਾਲ। ਬੈਲੈਂਸ ਕਿਉਂ ਨਹੀਂ ਬਣਾਉਂਦੇ ਆਪਾਂ? ਇੱਕ ਜੀ ਆਇਆ, ਇੱਕ ਚਲਾ ਗਿਆ, ਬਸ ਠੀਕ ਹੈ, ਖੇਡ ਹੈ ਕੁਦਰਤ ਦੀ, ਪ੍ਰਵਾਨ ਕਰੀਏ ਉਹਨੂੰ। ਹੱਸ ਕੇ ਉਸ ਭੈਣ ਨੂੰ ਵੀ ਜਿਨ੍ਹਾਂ ਦੇ ਪਿਤਾ ਜੀ ਸਨ, ਉਹਨੂੰ ਮਿਲ ਕੇ ਹਾਏ ਹੁਣ ਤੇਰਾ ਬਾਪੂ ਨਹੀਂ ਰਿਹਾ। ਉਹਨੂੰ ਕਹੋ ਕੋਈ ਗੱਲ ਨਹੀਂ, ਫਿਰ ਕੀ ਹੋਇਆ, ਭਰਾ ਨੇ। ਔਰ ਖਾਸ ਕਰਕੇ ਇਹਨਾਂ ਵੇਲਿਆਂ ਤੇ 1-2 ਹੋਰ ਬੇਨਤੀਆਂ ਤੁਹਾਡੇ ਚਰਨਾਂ 'ਚ ਜ਼ਰੂਰੀ ਧਿਆਨ ਨਾਲ ਸਮਝੋ।
ਮਾਂ ਬਾਪ ਦੇ ਜਾਣ ਨਾਲ ਦੁਨੀਆ ਦੇ ਲੋਕ ਕਹਿੰਦੇ ਨੇ ਧੀਆਂ ਲਈ ਪੇਕੇ ਖਤਮ ਹੋ ਜਾਂਦੇ ਨੇ। ਲੋਕ ਕਹਿੰਦੇ ਨੇ, ਗੁਰੂ ਨਹੀਂ ਕਹਿੰਦਾ। ਲੋਕ ਕਹਿੰਦੇ ਹੋਣਗੇ। ਅਸੀਂ ਲੋਕਾਂ ਨਾਲ ਨਹੀਂ ਚੱਲਦੇ, ਅਸੀਂ ਗੁਰੂ ਨਾਲ ਚੱਲਦੇ ਹਾਂ। ਤੇ ਗੁਰੂ ਸਾਹਿਬ ਕਹਿੰਦੇ ਇਦਾਂ ਨਹੀਂ ਹੁੰਦਾ। ਐਵੇਂ ਥੋੜੀ ਬਾਬੇ ਨੇ ਬਾਣੀ 'ਚ ਲਿਖਿਆ ਲੋਕਨ ਕੀ ਚਤੁਰਾਈ ਉਪਮਾ। ਲੋਕਾਂ ਨੇ ਬਥੇਰਾ ਕੁਝ ਕਹਿਣਾ ਆ। ਹੁਣ ਬਾਪੂ ਨਹੀਂ ਮਿਲਣਾ ਘਰ ਵਿੱਚ, ਨਹੀਂ ਮੇਰੀਓ ਭੈਣੋ, ਬਾਪੂ ਨਹੀਂ ਮਿਲਣਾ, ਪਰ ਦੋ ਭਰਾ ਤੇ ਮਿਲਣੇ ਨੇ ਨਾ। ਤੇ ਭਰਾਵਾਂ ਨੂੰ ਇਹ ਵੀ ਪਤਾ ਹੁਣ ਵੀ ਹੁਣ ਬਾਪੂ ਵਾਲਾ ਪਿਆਰ ਸਾਨੂੰ ਹੀ ਦੇਣਾ ਪੈਣਾ। ਤੇ ਹੋ ਸਕਦਾ ਜਿਹੜਾ ਪਿਆਰ ਇੱਕ ਬਾਪੂ ਦਿੰਦਾ ਸੀ ਹੁਣ ਦੋ ਭਰਾ ਦੇਣਗੇ ਤੇ ਦੋ ਬਾਪੂ ਮਿਲ ਗਏ। ਹੁਣ ਇਹ ਫੀਲਿੰਗ ਹੈ, ਅਹਿਸਾਸ ਕਰੋ ਇਹਨਾਂ ਚੀਜ਼ਾਂ ਦੇ। ਤੇ ਭਰਾ ਵੀ ਇਹ ਜ਼ਿੰਮੇਵਾਰੀ ਨੂੰ ਸਮਝ ਲੈਣ। ਇਹ ਥੋੜੀ ਹੁੰਦਾ ਵੀ ਇੱਥੇ ਪੱਗ ਬੰਨ ਦੇਣੀ ਜਾਂ ਪੱਗ ਰੱਖ ਦੇਣੀ ਸਿਰ ਤੇ ਵੀ ਲਓ ਠੀਕ ਹੈ ਬਾਪੂ ਵਾਲੀ। ਪੱਗ ਹੀ ਨਹੀਂ ਬੱਲੀ, ਉਹ ਕੱਪੜਾ ਨਹੀਂ ਰੱਖਣਾ ਹੁੰਦਾ। ਸਾਰਾ ਕੁਝ ਪੈਕੇਜ ਆਉਣਾ ਨਾਲ ਦੀ ਨਾਲ ਹੀ। ਪੂਰੀਆਂ ਜ਼ਿੰਮੇਵਾਰੀਆਂ ਹੀ ਰਿਟਰਨ ਹੋਣੀਆਂ ਨੇ। ਹੁਣ ਵਧਣਾ ਸਾਰਾ ਕੁਝ। ਤੇ ਉਹ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਇਦਾਂ ਵਚਨਬੱਧਤਾ ਲਿਆਉਣੀ ਚਾਹੀਦੀ ਹੈ। ਮਾਵਾਂ ਦੇ ਜਾਣ ਨਾਲ ਪੇਕੇ ਨਹੀਂ ਮੁੱਕਦੇ ਜੇ ਭਰਜਾਈਆਂ ਮਾਂ ਨੂੰ ਮਰਨ ਨਾ ਦੇਣ। ਤੇ ਮਾਂ ਉਦੋਂ ਮਰਦੀ ਹੈ ਜਦੋਂ ਭਰਜਾਈਆਂ ਕਹਿੰਦੀਆਂ ਨੇ ਹੁਣ ਨਨਾਣ ਦਾ ਇੱਥੇ ਕੰਮ ਕੋਈ ਨਹੀਂ। ਤੇ ਜੇ ਭਰਜਾਈਆਂ ਇਹ ਕਹਿ ਦੇਣ ਵੀ ਵੇਖ ਤੂੰ ਸਾਡੇ ਤੋਂ ਛੋਟੀ ਹੈ ਭਾਵੇਂ ਵੱਡੀ ਹੈ, ਨਹੀਂ ਮਾਂ ਕੋਈ ਗੱਲ ਨਹੀਂ, ਅਸੀਂ ਮਾਵਾਂ ਤੇ ਨਹੀਂ ਬਣ ਸਕਦੀਆਂ ਪਰ ਘਾਟ ਪੂਰੀ ਨਹੀਂ ਹੋਣ। ਘਾਟ ਕਦੀ ਤੈਨੂੰ ਰੜਕਣ ਨਹੀਂ ਦਿਆਂਗੀਆਂ, ਇਸ ਕਰਕੇ ਅਸੀਂ ਮਾਵਾਂ ਦਾ ਰੂਪ ਹੀ। ਤੇ ਮੈਨੂੰ ਨਹੀਂ ਲੱਗਦਾ ਕੋਈ ਧੀ ਕਹੇਗੀ ਵੀ ਪੇਕੇ ਮਾਵਾਂ ਨਾਲ ਹੀ ਹੁੰਦੇ ਨੇ। ਜੇ ਦੋ ਭਰਜਾਈਆਂ ਨੇ, ਤਿੰਨ ਨੇ, ਤਾਂ ਉਹ ਤਾਂ ਤਿੰਨ ਮਾਵਾਂ ਮਿਲ ਗਈਆਂ ਉਹਨੂੰ। ਸੋ ਇਸ ਲਈ ਸੁਣਿਆ ਕਰੋ, ਇੱਕ ਦੂਜੇ ਦੀ ਫੀਲਿੰਗ ਦਾ ਅਹਿਸਾਸ ਪਾਲਿਆ ਕਰੋ। ਇਸ ਲਈ ਅਸੀਂ ਸਾਰੇ ਗੁਰਮਤਿ ਦੀਵਾਨ ਵਿੱਚ ਇਦਾਂ ਸੱਜ ਕੇ ਬੈਠਦੇ ਹਾਂ। ਇਸ ਕਰਕੇ ਅਸੀਂ ਇਦਾਂ ਗੁਰੂ ਦੀ ਸਿੱਖਿਆ, ਗੁਰੂ ਬਾਬੇ ਦੀ ਬਾਣੀ ਨਾਲ। ਹੋਰੇ ਕੋਈ ਰਸਮ ਥੋੜੀ ਹੈ ਵੀ ਅਖੰਡ ਪਾਠ ਦਾ ਭੋਗ ਪਾਇਆ। ਵੈਸੇ ਤੇ ਬਣ ਰਸਮ ਹੀ ਗਈ ਹੈ ਵੀ ਅਖੰਡ ਪਾਠ ਦਾ ਭੋਗ ਪਾਓ, ਘੜੀ ਕ ਸਾਰੇ ਜਾਣ। ਆਪਾਂ ਆਮ ਕਰਕੇ ਸ਼ਬਦ ਕਹਿੰਦੇ ਆ ਕੁਆ ਆਏ ਹੋ ਨਾ ਘਰ, ਕੁਆ ਆਏ ਹੋ। ਆਮ ਸਾਡੀ ਪੇਂਡੂ ਬੋਲੀ 'ਚ ਇੱਕ ਸ਼ਬਦ ਹੈ ਵੀ ਉਹਨਾਂ ਘਰ ਕੁਆਉਣ ਜਾਣਾ ਸੀ, ਕੁਆ ਆਏ ਹੋ। ਵੀ ਇੱਕ ਜ਼ਿੰਮੇਵਾਰੀ ਜੀ ਨਿਭਾਉਣੀ ਸੀ, ਨਿਭਾਉਣੀ ਸੀ ਜਾ ਕੇ, ਨਹੀਂ ਕੁਆਉਣਾ ਨਹੀਂ ਹੁੰਦਾ। ਤੇ ਸ਼ਬਦ ਸਾਡੇ ਬਜ਼ੁਰਗਾਂ ਨੇ ਕਿੱਡਾ ਪਿਆਰਾ ਘੜਿਆ ਹੋਣਾ ਹੈ। ਕੁਆਉਣ ਦਾ ਅਰਥ ਵੀ ਹੁੰਦਾ ਹੈ ਗੱਲ ਕਰਨਾ। ਜਿਵੇਂ ਆਮ ਕਰਕੇ ਕਹਿੰਦੇ ਆ ਅਸੀਂ ਕਿਸੇ ਨਾਲ ਨਾਰਾਜ਼ ਹੋ ਜਾਈਏ ਨਾ, ਜਦੋਂ ਆਮ ਤੁਸੀਂ ਪਿੰਡਾਂ 'ਚ ਵੇਖੋ, ਜਦੋਂ ਆਪਾਂ ਨਾਰਾਜ਼ ਹੋ ਜਾਈਏ ਕਿਸੇ ਨਾਲ ਤੇ ਆਪਾਂ ਕਹਿੰਦੇ ਉਹਨੇ ਮੈਨੂੰ ਕਵਾਇਆ ਨਹੀਂ, ਉਹਨੇ ਮੈਨੂੰ ਕਵਾਇਆ ਨਹੀਂ। ਇਹਦਾ ਮਤਲਬ ਕਵਾਉਣ ਦਾ ਅਰਥ ਕਿਸੇ ਸਾਂਝ ਨਾਲ ਜੁੜਿਆ ਸ਼ਬਦ ਹੈ। ਇੰਨਾ ਹੀ ਨਹੀਂ ਹੁੰਦਾ ਵੀ ਜਾ ਕੇ ਸਿਰਫ ਇੱਕ ਰਸਮ ਨਿਭਾਉਣੀ ਹੈ। ਕਵਾਉਣ ਦਾ ਅਰਥ ਹੈ ਦਿਲੋਂ ਸਾਂਝ ਬਣਾਉਣੀ ਹੁੰਦੀ ਹੈ ਜਾ ਕੇ, ਕਿ ਕੋਈ ਗੱਲ ਨਹੀਂ ਅਸੀਂ ਨਾਲ ਆ। ਚਾਚੇ ਤਾਏ ਬਾਕੀ ਰਿਸ਼ਤੇਦਾਰ ਸਾਕ ਸੰਬੰਧੀ ਕਹਿਣ ਵੇਖੋ ਘਾਟ ਤਾਂ ਨਹੀਂ ਪੂਰੀ ਕੀਤੀ ਜਾ ਸਕਦੀ, ਪਰ ਹਰ ਥਾਂ ਤੇ ਖੜੇ ਦਿਸਾਂਗੇ ਤੁਹਾਨੂੰ। ਇਕੱਲੇ ਭੋਗ ਤੇ ਨਹੀਂ, ਇਕੱਲੀ ਇਹ ਕੋਈ ਰਸਮ ਨਹੀਂ ਨਿਭਾ ਰਹੇ ਅਸੀਂ। ਗੁਰੂ ਕੇ ਪਿਆਰ ਵਾਲਿਓ, ਇਸ ਤਰ੍ਹਾਂ ਨਾਲ ਔਰ ਇਹ ਨਿਆਰਾਪਨ ਜਿੱਦਣ ਦੁਨੀਆ ਦੇ ਸਾਹਮਣੇ ਲੈ ਕੇ ਜਾਓਗੇ, ਉਦਣ ਦੁਨੀਆ ਦਾ ਹਰ ਸ਼ਖਸ, ਉਦਣ ਦੁਨੀਆ ਦਾ ਹਰ ਬੰਦਾ ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵੱਲ ਨੂੰ ਖਿੱਚਿਆ ਨਾ ਆਇਆ ਫਿਰ ਦੱਸਿਓ। ਪਰ ਸਵਾਲ ਇਹ ਹੈ ਵੀ ਅਸੀਂ ਜਿਵੇਂ ਬਾਕੀ ਦੁਨੀਆ ਚੱਲਦੀ ਹੈ ਉੱਦਾਂ ਹੀ ਅਸੀਂ ਚੱਲੀ ਜਾਂਦੇ ਹਾਂ। ਉੱਦਾਂ ਦਾ ਹੀ ਸਾਡਾ ਰੂਟੀਨ ਹੈ। ਬਸ ਭੋਗ ਪਾ ਲਿਆ, ਇੱਕ ਰਸਮ ਜੀ ਨਿਭਾ ਲਈ, ਇੱਕ ਮਰਿਆਦਾ ਜਿੰਨੀ ਕੁ ਸਾਨੂੰ ਜਿਹੜੀ ਸਮਝ ਲੱਗਦੀ ਸੀ ਉਹ ਨਿਭਾ ਲਈ, ਬਸ ਠੀਕ ਹੈ। ਇਹ ਤੋਂ ਵੱਧ ਹੋਰ ਕੀ ਹੈ? ਨਹੀਂ ਗੁਰੂ ਕੇ ਪਿਆਰ ਵਾਲਿਓ, ਅਸਲ ਵਿੱਚ ਜਿਹੜੀ ਅਸਲ ਗੁਰਮਤਿ ਦਾ ਸੰਦਰਭ ਹੈ ਉਹਨੂੰ ਜਾਣੋ। ਸਾਡੇ ਅੰਦਰੋਂ ਚੜ੍ਹਦੀ ਕਲਾ ਹੋਵੇ, ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀਏ, ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਭਾਈਵਾਲ ਬਣੀਏ। ਤੇ ਜਿਹੜਾ ਜੋ ਹੋ ਗਿਆ ਉਹ ਐ ਹੋਣਾ ਚਾਹੀਦਾ ਸੀ, ਇਹਦੇ ਤੇ ਜ਼ੋਰ ਲਾਉਣ ਦੀ ਬਜਾਏ ਇਹ ਕਰੀਏ ਵੀ ਹੁਣ ਅਸੀਂ ਇਹਨੂੰ ਕਿਵੇਂ ਕਰਨਾ। ਰੱਬ ਜੇ ਐਂ ਕਰ ਦਿੰਦਾ, ਰੱਬ ਜੇ ਐਂ ਕਰ, ਰੱਬ ਨੇ ਕਰਤਾ ਜਿਵੇਂ ਕਰਤਾ, ਰੱਬ ਨੇ ਕੁਝ ਗਲਤ ਨਹੀਂ ਕੀਤਾ, ਠੀਕ ਕੀਤਾ। ਬਾਣੀ 'ਚ ਲਿਖਿਆ ਮਹਾਰਾਜ ਕਹਿੰਦੇ ਉਹ ਬੁਰਾ ਨਹੀਂ ਕਰਦਾ, ਉਹ ਚੰਗਾ ਹੀ ਕਰਦਾ। ਇਹ ਤਾਂ ਸੋਚ ਹੈ ਨਾ ਸਾਡੀ। ਹੁਣ ਮੇਰੇ ਹਿਸਾਬ ਨਾਲ ਹੋ ਸਕਦਾ ਗਲਤ ਹੋਵੇ, ਤੁਹਾਡੇ ਹਿਸਾਬ ਨਾਲ ਹੋ ਸਕਦਾ ਗਲਤ ਹੋਵੇ, ਪਰ ਉਹਦੇ ਹਿਸਾਬ ਨਾਲ ਕੀ ਪਤਾ ਉਹਨੇ ਕਿੰਨਾ ਕੁ ਚੰਗਾ ਕੀਤਾ। ਹੁਣ ਉਹਦੇ ਹਿਸਾਬ ਨਾਲ ਕੀ ਪਤਾ ਕਿੰਨਾ ਕੁ ਚੰਗਾ ਹੋਇਆ।
ਅੱਛਾ ਇਦਾਂ ਹੀ ਜੇ ਮੰਨ ਲਓ ਬਜ਼ੁਰਗ ਬਾਪੂ ਜੀ ਬਿਮਾਰ ਹੋ ਜਾਂਦੇ, ਹਸਪੀਟਲ ਚਲੇ ਜਾਂਦੇ, ਹੁਣ ਤੇ ਆਪਾਂ ਕਹਿੰਦੇ ਆ ਨਾ 2-4 ਦਿਨ ਬਿਮਾਰ ਹੁੰਦੇ, ਹੁਣ ਆਪਾਂ ਸਾਰੇ ਐਂ ਗੱਲਾਂ ਕਰਦੇ ਆ ਨਾ, ਮੈਂ ਵੀ ਇਦਾਂ ਹੀ ਗੱਲਾਂ ਕਰਦਾ ਹੁਣ ਵੀ 2-4 ਦਿਨ ਬਿਮਾਰ ਹੋ ਜਾਂਦੇ, ਤੇ ਜੇ 2-4 ਦਿਨ ਬਿਮਾਰ ਹੋ ਜਾਂਦੇ, ਹਸਪੀਟਲ ਚਲੇ ਜਾਂਦੇ, 5-7-10 ਲੱਖ ਰੁਪਈਆ ਲੱਗ ਜਾਂਦਾ, ਫਿਰ ਚੜ੍ਹਾਈ ਕਰ ਜਾਂਦੇ, ਫਿਰ ਆਪਾਂ ਕੀ ਕਹਿਣਾ ਸੀ ਭਲਾ? ਲੈ ਰੁਪਈਆ ਵੀ 10 ਲੱਖ ਲੱਗ ਗਿਆ, ਬਾਪੂ ਫਿਰ ਨਹੀਂ ਬਚਿਆ, ਫਿਰ ਕਿਹੜਾ ਆਪਾਂ ਰਾਜੀ ਹੋ ਜਾਣਾ ਸੀ? ਫਿਰ ਆਪਾਂ ਸਾਰਿਆਂ ਨੇ ਲੈ ਵਿਚਾਰੇ ਇੰਨੇ ਭੱਜੇ ਫਿਰਦੇ ਰਹੇ, ਇੰਨੀ ਮਿਹਨਤ ਕੀਤੀ, ਇੰਨਾ ਯਤਨ ਕੀਤਾ, ਕਿੱਥੇ ਕਿੱਥੇ ਲੈ ਕੇ ਗਏ, ਬਾਪੂ ਜੀ ਫਿਰ ਨਹੀਂ ਬਚੇ। ਉਹ ਜੋ ਕਰਦਾ ਠੀਕ ਹੈ, ਉੱਥੇ ਦਖਲਅੰਦਾਜ਼ੀ ਆਪਾਂ ਨਾ ਦਿਆ ਕਰੀਏ, ਭਲਾ ਹੀ ਇਹਦੇ 'ਚ ਹੈ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਕੀ ਪਤਾ ਕਿੱਡਾ ਕੁ ਵੱਡਾ ਭਲਾ ਬਣਾਇਆ ਹੋਣਾ। ਤਾਂ ਠੀਕ ਹੈ, ਬਸ ਚੜ੍ਹਦੀ ਕਲਾ 'ਚ, ਨਾਲੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸੀ, ਕੋਈ ਇੱਦਾਂ ਦਾ ਰੋਗ ਵੀ ਨਹੀਂ ਸੀ, ਕੋਈ ਬਿਮਾਰੀ ਨਹੀਂ ਸੀ, ਕੋਈ ਪ੍ਰੋਬਲਮ ਨਹੀਂ ਸੀ ਆਮ ਕਰਕੇ। ਵੀਰ ਬਲਜੀਤ ਸਿੰਘ ਕਹਿੰਦੇ ਸੀ ਵੀ ਸਿਰ ਪੀੜ ਵੀ ਨਹੀਂ ਹੋਈ ਕਦੇ, ਤੇ ਬਸ ਠੀਕ ਹੈ, ਵਧੀਆ ਜੀ ਕੇ ਗਏ। ਨਾਲੇ ਰੱਜ ਨਹੀਂ ਕੋਈ ਜੀਂਦਾ ਹੁੰਦਾ, ਬਾਣੀ ਨੇ ਫੈਸਲਾ ਦਿੱਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਤੇ ਇਹ ਕਹਿੰਦੇ ਹੋ ਨਾ 10-20 ਸਾਲ ਤੇ ਰੋਜ਼ਾਨਾ ਹੀ ਪੜ੍ਹਦੇ ਆ ਨਾ, ਜੇ ਜੁਗ ਚਾਰੇ ਗੱਜ ਕੇ ਬੋਲੋ, ਜੇ ਜੁਗ ਚਾਰੇ, ਫਿਰ ਰੱਜ ਜਾਣਾ ਆਪਾਂ ਕਿਤੇ। 4 ਯੁਗਾਂ ਜਿੰਨੀ ਹੋ ਜਾਏ ਕਿਹੜਾ ਰੱਜ ਜਾਂਦਾ ਕੋਈ ਇੱਥੇ? ਤੇ ਮਹਾਰਾਜ ਕਹਿੰਦੇ ਇੰਨੀ ਨਹੀਂ, ਹੋਰ ਦਸੂਣੀ ਹੋਏ, 4 ਯੁਗਾਂ ਨਾਲੋਂ ਵੀ 10 ਗੁਣਾ ਹੋਰ ਵੱਧ ਜਾਏ, ਹੁੰਦਾ ਨਹੀਂ ਹੈ। ਐਗਜ਼ਾਮਪਲ ਹੈ ਇੱਕ, ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਹੁਤ ਕੁਝ ਹੋਵੇ, ਪਰ ਫਿਰ ਵੀ ਅਖੀਰ ਉਹਦੀ ਰਜ਼ਾ ਦੇ ਸਾਹਮਣੇ ਤੇ ਹਾਰਨਾ ਹੀ ਪੈਂਦਾ ਨਾ। ਪੁੱਛ ਨਾ ਸਾਜੇ ਪੁੱਛ ਨਾ ਢਾਹੇ, ਪੁੱਛ ਨਾ ਦੇਵੇ ਲੈ, ਆਪਣੀ ਕੁਦਰਤ ਆਪੇ ਸਾਜੇ ਆਪੇ ਕਰਨ ਕਰੇ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੈ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਸੋ ਇਸ ਲਈ ਗੁਰੂ ਕੇ ਪਿਆਰ ਵਾਲਿਓ, ਇਹਨਾਂ ਸਾਰੀਆਂ ਬਾਤਾਂ ਨੂੰ ਬੜੇ ਧਿਆਨ ਨਾਲ ਸੁਣਿਆ ਸਮਝਿਆ ਕਰੋ, ਹਮਦਰਦ ਬਣੋ ਇੱਕ ਦੂਜੇ ਦੇ, ਪਰਿਵਾਰਾਂ ਨਾਲ ਦਿਲੋਂ ਸਾਂਝਾ ਰੱਖੋ, ਫਾਰਮੈਲਿਟੀਆਂ ਛੱਡੋ। ਪੰਜਾਬੀਓ, ਅਸੀਂ ਬਹੁਤ ਫਾਰਮਲ ਹੋ ਗਏ ਹਾਂ, ਅਸੀਂ ਨੋਰਮਲ ਨਹੀਂ ਹਾਂ, ਅਸੀਂ ਫਾਰਮਲ ਹਾਂ। ਰਿਸ਼ਤਿਆਂ 'ਚ ਮੁਹੱਬਤ ਨਹੀਂ ਰਹਿ ਗਈ ਅੱਜ, ਅਸੀਂ ਫਾਰਮੈਲਿਟੀਆਂ, ਅਸੀਂ ਕਿਸੇ ਨਾਲ ਦਿਲੋਂ ਥੋੜ੍ਹੀ ਕਰਦੇ ਆ। ਲੋਕ ਕੀ ਕਹਿਣਗੇ, ਲੋਕਾਂ ਦੇ ਵਿਖਾਵੇ ਵਾਸਤੇ ਦਿਲੋਂ ਕਰੋ। ਉਮਰਾਂ ਲੰਮੀਆਂ ਹੋ ਸਕਦੀਆਂ ਸਾਡੀਆਂ, ਸਾਡੇ ਰੋਗ ਮੁੱਕ ਸਕਦੇ ਆ, ਅੱਜ ਸਾਡੇ ਘਰਾਂ 'ਚੋਂ ਬਿਮਾਰੀਆਂ ਮੁੱਕ ਸਕਦੀਆਂ। ਤੁਸੀਂ ਨੋਰਮਲ ਹੋ ਜਾਓ, ਫਾਰਮਲ ਨਾ ਹੋ, ਨੋਰਮਲ ਹੋਈਏ। ਹਰ ਥਾਂ ਤੇ ਅਸੀਂ ਫਾਰਮੈਲਿਟੀਆਂ ਕਰਦੇ ਹਾਂ। ਸੋ ਗੁਰੂ ਮਿਹਰ ਕਰੇ, ਆਪਣੀ ਜ਼ਿੰਦਗੀ ਨੂੰ ਭੋਗਦਿਆਂ ਸਤਿਕਾਰਯੋਗ ਭਾਈ ਸਾਹਿਬ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ, ਔਰ ਮਾਲਕ ਦਾ ਭਾਣਾ ਹੈ, ਰਜਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ। ਅਸੀਂ ਸਾਰਿਆਂ ਨੇ ਗੁਰੂ ਦੀ ਗੋਦ ਵਿੱਚ ਬਹਿ ਕੇ ਜਿੱਥੇ ਮਾਲਕ ਦਾ ਸ਼ੁਕਰ ਕੀਤਾ, ਉੱਥੇ ਇੱਕ ਚਿੰਤਾ ਵੀ ਕਰੀਏ। ਆਓ ਆਪਣੇ ਆਪਣੇ ਨਗਰ ਪਿੰਡ ਘਰਾਂ ਵਿੱਚ ਗੁਰਮਤਿ ਦਾ ਮਾਹੌਲ ਲੈ ਕੇ ਆਈਏ, ਤਾਂ ਜੋ ਸਾਡਾ ਸਮਾਜ ਖੂਬਸੂਰਤ ਬਣ ਸਕੇ, ਸਾਡੇ ਸਮਾਜ ਦੇ ਅੰਦਰ ਖੂਬਸੂਰਤੀ ਭਰ ਸਕੇ। ਹੱਥ ਤੇ ਹੱਥ ਰੱਖ ਕੇ ਤਵਾਰੀਖ ਵੱਲ ਨਾ ਵੇਖੋ, ਤਵਾਰੀਖ ਸਾਡੀ ਵੀ ਲਿਖੀ ਜਾਣੀ ਹੈ। ਜਿਨ੍ਹਾਂ ਤੇ ਤੁਸੀਂ ਅੱਜ ਮਾਣ ਕਰਦੇ ਹੋ, ਉਹਨਾਂ ਨੇ ਕੁਝ ਐਸਾ ਕੀਤਾ ਹੈ ਜੋ ਜ਼ਿੰਦਗੀ 'ਚ ਨਿਆਰਾ ਸੀ। ਜੇ ਅੱਜ ਅਸੀਂ ਹੱਥਾਂ ਤੇ ਹੱਥ ਰੱਖ ਕੇ ਜੋ ਹੋਏਗਾ ਇੱਦਾਂ ਹੀ ਚੱਲਦਾ, ਇੱਦਾਂ ਹੀ ਕੁਦਰਤ ਦਾ ਨਿਯਮ ਹੈ, ਇੱਦਾਂ ਵੇਂਦੇ ਰਹੋਗੇ। ਵੇਂਦਿਆਂ ਪੰਜਾਬ ਦੀ ਹਾਲਤ ਅੱਜ ਕਿੱਥੇ ਆਣ ਕੇ ਖਲੋ ਗਈ ਹੈ, ਤੇ ਇੱਦਾਂ ਹੀ ਚੱਲਦਾ ਰਿਹਾ। ਆਉਣ ਵਾਲੇ 20-30 ਸਾਲਾਂ ਬਾਅਦ ਪੰਜਾਬ ਕਿਹੋ ਜਿਹਾ ਹੋਣਾ ਹੈ, ਸੁਪਨਾ ਲੈ ਕੇ ਵੇਖਿਓ। ਆਪਣੇ ਧੀਆਂ ਪੁੱਤਰਾਂ ਨੂੰ ਅਸੀਂ ਕਿਹੋ ਜਿਹਾ ਪੰਜਾਬ ਦੇ ਕੇ ਜਾਣਾ ਹੈ, ਆਪਣੇ ਪੁੱਤ ਪੋਤਰਿਆਂ ਨੂੰ ਅਸੀਂ ਕਿਹੋ ਜਿਹਾ ਪੰਜਾਬ ਦੇ ਕੇ ਜਾਣਾ ਹੈ, ਇਹਦੇ ਲਈ ਜ਼ਰੂਰ ਸੋਚਿਆ ਕਰੋ, ਜ਼ਰੂਰ ਇਹਦੇ 'ਤੇ ਚਿੰਤਾ ਕਰਿਆ ਕਰੋ। ਗੁਰੂ ਮਿਹਰ ਕਰੇ, ਸਾਨੂੰ ਸਾਰਿਆਂ ਨੂੰ ਭਾਣੇ ਵਿੱਚ ਰਹਿਣ ਦਾ ਸਤਿਗੁਰੂ ਜੀ ਬਲ ਬਖਸ਼ਣ, ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਸੱਚੇ ਪਾਤਸ਼ਾਹ ਜੀ ਰੱਖਣ, ਗੁਰੂ ਦੀ ਰਜਾ ਵਿੱਚ ਤੁਰਨ ਦੀ ਜਾਚ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੇ ਪਰਿਵਾਰ ਦੇ ਜੀਆਂ ਨੂੰ, ਸਾਕ ਸੰਬੰਧੀਆਂ ਨੂੰ ਦੇਣ। ਅਸੀਂ ਗੁਰੂ ਬਾਬੇ ਦੀ ਬਾਣੀ ਦੀ ਅਸੀਸ ਨਾਲ ਜ਼ਿੰਦਗੀ ਜੀ ਸਕੀਏ। ਆਪ ਸਾਰਿਆਂ ਦਾ ਧੰਨਵਾਦ ਹੈ, ਸ਼ੁਕਰਾਨਾ ਹੈ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ। ਵੱਡਿਆਂ ਭਾਗਾਂ ਵਾਲੇ ਹਾਂ ਅਸੀਂ
क्योंकि साढ़े कोल सहब श्री गुरु ग्रंथ साहब पातशाह जी वर्गा कीमती खजाना है जिहड़ा सानूं ये एहसास बार बार कराउंदा रहिंदा है। नानक हर गुण गाए लै छड़ सगल जंजाल। हे नानक दे प्यार विच भिज के ਉਹਦੇ ਗੁਣਾਂ ਨੂੰ ਗਾਉਣ ਦੀ ਜਾਚ ਸਿੱਖ ਲਓ। ਜੰਜਾਲ ਛੱਡ ਦਿਓ, ਕੰਮ ਨਹੀਂ ਛੱਡਣੇ। ਜੰਜਾਲ ਸ਼ਬਦ ਵਰਤਿਆ ਮਹਾਰਾਜ ਨੇ, ਕੰਮ ਨਹੀਂ ਛੱਡਣੇ, ਜੰਜਾਲ ਛੱਡਣੇ ਨੇ। ਜੰਜਾਲ ਹੋਰ ਚੀਜ਼ ਹੈ ਤੇ ਕੰਮ ਹੋਰ ਚੀਜ਼ ਨੇ। ਗੁਰੂ ਮੇਹਰ ਕਰੇ ਸਾਨੂੰ ਸਾਰਿਆਂ ਨੂੰ ਬਾਣੀ ਦੀ ਰਜਾ ਵਿੱਚ ਤੁਰਨ ਦੀ ਜਾਚ ਆ ਜਾਏ। ਸਭਨਾਂ ਦਾ ਧੰਨਵਾਦ। ਸ਼ੁਕਰਾਨਾ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਭੁੱਲਾਂ ਚੁੱਕਾਂ ਨੂੰ ਨਾ ਚਿਤਾਰਦੇ ਹੋਏ ਪਿਆਰ ਸਹਿਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।